पंकज बंदन सिमरो अंगद दोख निकंदन दोख निकंदन अमरदास गुर हृदय त्याम श्री गुरु रामदास गुण गामो श्री गुरु रामदास गुण गाम गुरु अर्जन विघ्नन के नाश विघ्नन के नाशक गुरु हर गोबिंद शुभ मत प्रकाशक शुभ मत प्रकाशक गुरु हर राय नमो कर जोरी नमो कर जोरी गुरु हर कृष्ण मनाए बहोरी मनाए बहोरी तेग बहादुर परम कृपाल गुरु गोबिंद सिंह विशाला गुरु गोबिंद सिंह विशाला तरों तरापुर पुन पुन सीसा जी पुन पुन सीसा बंदों बार बार जगदीसा बंदों बार बार जगदीसा। श्री गुरु ग्रंथ साहिब पातशाह महाराज जी दी पावन पवित्र हजूरी अंदर जुड़ बैठी गुरु प्यारी गुरु सवारी साध संगत जी, आप जी संध्या वेले दे दीवाना दे अंदर जो श्री गुरु अमरदास महाराज जी दे पावन जीवन की कथा चल रही है उस नूं श्रवण करन दे लई जुड़ बैठे हो। अज जिथे असीं एक कथा श्रवण करांगे नाल दी नाल अज जो पूरे भारत वर्ष दे अंदर दिवाली का ये महान पर्व बड़ी धूम धाम दे नाल मनाया जाता है, उत्थे श्री सिख कौम दे अंदर इस नूं बंदी छोड़ दिवस दे नाम नाल याद किया जाता है। इस दे पिछे की इतिहास जुड़िया होया है, नाल नाल असीं जो रूटीन दी कथा चल रही है उस नूं श्रवण करांगे अते जो गुरु साहिब जी का इतिहास है उस नूं भी श्रवण करांगे और दिवाली का इतिहास क्यों ये मनाया जाता है इस दे विच दे नाल भी असीं सांझ पाउण दा यतन करांगे। आओ कल असीं श्रवण कीता सी गंगो शाह नाम दा एक सिख गुरु जी दे कोल आया, उहदे घर पैसे की कमी हो गई। महाराज जी ने उन्होंने कहा जा तू लाहौर दिल्ली विच जाके एक नवीं कोठी बना के अपना काम कारज आरंभ कर, गुरु बहौड़ी करेगा। दिल्ली विच वो अपना काम कारज आरंभ करता है, गुरु साहिब जी दे बचनां दा सदका उसनूं बड़ा मुनाफा हुंदा है। महाराज जी दे कोल एक गरीब ब्राह्मण जिस दी लड़की का विवाह है वो चल के आउंदा है अते बेनती करता है मैनू कोई माया दिती जाए। महाराज साहब जी उन्होंने एक परचा लिख के दिल्ली नूं भेजते ने, उत्थे गंगो शाह नाम का एक सिख उहदे कोल ले लैनी। जदों दिल्ली दे विच वो जांदा है, वो गंगो शाह अपने खाते फोलदा है। हंकार दे विच आउण दे कारण कोई भी माया
ਉਹ ਬ੍ਰਾਹਮਣ ਨੂੰ ਨਹੀਂ ਦਿੰਦਾ। ਵਾਪਸ ਦਿੱਲੀ ਤੋਂ ਮੁੜਦਾ ਹੈ। ਮੁੜਨ ਤੋਂ ਬਾਅਦ ਗੁਰੂ ਸਾਹਿਬ ਜੀ ਕਹਿੰਦੇ, ਭਾਈ ਇਹ ਹੰਕਾਰ ਦੇ ਵਿੱਚ ਆ ਗਿਆ ਹੈ, ਔਰ ਜਦੋਂ ਵੀ ਮਾਇਆ ਦੇ ਹੰਕਾਰ ਵਿੱਚ ਆ ਗਿਆ, ਮਾਇਆ ਦਾ ਸਵਰੂਪ ਵੀ ਇਹੀ ਹੈ। ਜਿਉਂ-ਜਿਉਂ ਮਨੁੱਖ ਦੇ ਕੋਲ ਮਾਇਆ ਵੱਧਦੀ ਹੈ, ਉਹ ਮਨੁੱਖੀ ਸੁਭਾਅ ਭੁੱਲਦਾ ਜਾਂਦਾ ਹੈ, ਉਹਦੇ ਅੰਦਰ ਪਸ਼ੂਪਣਾ ਵੱਧਦਾ ਜਾਂਦਾ ਹੈ, ਹੰਕਾਰ ਦੇ ਵਿੱਚ ਮਨੁੱਖ ਵਰਤਦਾ ਹੈ। ਲੋਭ ਕ੍ਰੋਧ ਇਤਿਆਦਿਕ ਜਿੰਨੇ ਵੀ ਵਿਕਾਰ ਹਨ, ਵਿਸ਼ੇ ਹਨ, ਇਸ ਨੂੰ ਛੂਹ ਲੈਂਦੇ ਨੇ, ਫੜ ਲੈਂਦੇ ਨੇ। ਐਸੇ ਵਿਸ਼ਿਆਂ ਦਾ ਭੋਗੀ ਮਨੁੱਖ ਕਦੇ ਵੀ ਪਰਮਾਤਮਾ ਅਤੇ ਗੁਰੂ ਨੂੰ ਯਾਦ ਨਹੀਂ ਰੱਖਦਾ। ਆਓ ਹੁਣ ਜਿਵੇਂ ਅੱਗੇ ਕਥਾ ਚੱਲਦੀ ਹੈ, ਬੜੇ ਪ੍ਰੇਮ ਸਤਿਕਾਰ ਦੇ ਨਾਲ ਸ਼ਰਵਣ ਕਰੀਏ। ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਸ ਦਿਨ ਤੇ ਗੰਗੋ ਕੋ ਦਰਬ, ਜਾਤ ਜਾਤ ਬਿਨਸਿਓ ਪੁਨ ਸਰਬ। ਉਹ ਦਿਨ ਤੋਂ ਬਾਅਦ ਜਦੋਂ ਉਹਨੇ ਗੁਰੂ ਸਾਹਿਬ ਜੀ ਨੇ ਗੱਲ ਨੂੰ ਮੋੜ ਦਿੱਤਾ, ਮਾਇਆ ਦੇਣ ਤੋਂ ਇਨਕਾਰੀ ਹੋਇਆ, ਉਸ ਦਿਨ ਤੋਂ ਬਾਅਦ ਫਿਰ ਜਿੰਨਾ ਵੀ ਪੈਸਾ ਹੈ ਉਹਦੇ ਘਰ ਦੇ ਵਿੱਚ ਘਟਣਾ ਆਰੰਭ ਹੋ ਗਿਆ ਹੈ। ਤੋਰਨ ਦਿਨ ਮੈਂ ਰੰਗ ਭਇਓ ਹੈ, ਤਬ ਨਿਜੋ ਔਗਣ ਜਾਣ ਲਿਓ ਹੈ। ਜਦੋਂ ਹੀ ਜਾ ਕੇ ਬਿਲਕੁਲ ਧਰਤੀ ਤੇ ਲੱਗ ਗਿਆ, ਮਾਇਆ ਖਤਮ ਹੋ ਗਈ, ਘਰ ਦੇ ਵਿੱਚੋਂ ਤੰਗੀ ਆ ਗਈ ਪੈਸੇ ਦੀ। ਉਸ ਦਿਨ ਮਨ ਦੇ ਵਿੱਚ ਸਮਝਿਆ, ਮਨਾ ਬੜਾ ਵੱਡਾ ਅਪਰਾਧ ਤੂੰ ਕੀਤਾ ਹੈ। ਏਡੇ ਵੱਡੇ ਗੁਰੂ ਸਾਹਿਬ ਜੀ ਦੇ ਹੁਕਮ ਦੇ ਨਾਲ, ਉਹਨਾਂ ਦੀ ਅਸੀਸਾਂ ਦਾ ਸਦਕਾ ਤੈਨੂੰ ਏਡਾ ਵੱਡਾ ਮਰਤਬਾ ਪ੍ਰਾਪਤ ਹੋਇਆ, ਇੰਨੀ ਦੌਲਤ ਪ੍ਰਾਪਤ ਹੋਈ। ਉਹਨਾਂ ਦੀ ਗੱਲ ਨੂੰ ਠੁਕਰਾਇਆ ਅਤੇ ਇਸ ਕਰਕੇ ਸਾਰੇ ਦੀ ਸਾਰੀ ਮਾਇਆ ਸਮਾਪਤ ਹੋ ਗਈ ਹੈ। ਸਤਿਗੁਰ ਤੇ ਬੇਮੁਖ ਮੈਂ ਭਇਓ, ਜਾਂ ਤੇ ਦਰਬ ਸਰਬ ਹਰ ਗਇਓ। ਆਪਣੇ ਮਨ ਵਿੱਚ ਜਾਣ ਲਿਆ, ਮੈਂ ਗੁਰੂ ਤੋਂ ਬੇਮੁਖ ਹੋਇਆ। ਬੇਮੁਖ ਹੋਣ ਦੇ ਕਾਰਨ ਸਾਰੀ ਮਾਇਆ ਸਮਾਪਤ ਹੋ ਗਈ ਹੈ। ਤਿਨ ਬਿਨ ਕੌਣ ਸਹਾਇਕ ਮੇਰਾ, ਉਚਿਤ ਮੋਹ ਬਨਵੋ ਅਬ ਚੇਰਾ। ਮਨ ਵਿੱਚ ਸੋਚਦਾ ਹੈ, ਹੁਣ ਉਹਨਾਂ ਤੋਂ ਬਿਨਾ ਮੇਰਾ ਕੌਣ ਸਹਾਈ ਹੈ। ਕਿਉਂਕਿ ਪਹਿਲਾਂ ਵੀ ਘਰਦਿਆਂ ਨੇ ਬਾਹਰ ਕੱਢਿਆ, ਸਭ ਕੁਝ ਖਤਮ ਹੋ ਗਿਆ, ਤਾਂ ਹੀ ਤੇ ਗੁਰੂ ਦੇ ਦੁਆਰੇ ਆਇਆ ਸੀ। ਹੁਣ ਫਿਰ ਮਨ ਵਿੱਚ ਆਇਆ, ਮਨਾ ਹੁਣ ਵੀ ਸੱਚੇ ਪਾਤਸ਼ਾਹ ਤੋਂ ਬਿਨਾ ਕੋਈ ਵੀ ਸਹਾਈ ਨਹੀਂ ਹੈ। ਸਭ ਵਿਦ ਸੇਵਾ ਕਰੋ ਗੁਸਾਈ, ਫੇਰੋਂ ਵੱਢਣੀ ਤਿਨ ਦਰ ਜਾਈ। ਮਨ ਵਿੱਚ ਸੋਚਦਾ ਹੈ, ਹੁਣ ਮੈਂ ਗੁਰੂ ਦੇ ਦੁਆਰੇ ਜਾਵਾਂਗਾ, ਉੱਥੇ ਜਾ ਕੇ ਸੇਵਾ ਕਰਾਂਗਾ, ਝਾੜੂ ਫੇਰਾਂਗਾ। ਜਿਹੜੀ ਵੀ ਸੇਵਾ ਮੈਨੂੰ ਪ੍ਰਾਪਤ ਹੋਏਗੀ, ਉਹੀ ਸੇਵਾ ਮੈਂ ਗੁਰੂ ਦੇ ਦਰ ਤੇ ਕਰਾਂਗਾ। ਸਿਰ ਧਰ ਜਲ ਢੋਵੋ ਚਿਰਕਾਲ, ਕਰੋ ਸੇਵ ਇਤ ਯਾਤਕ ਵਿਸਾਲ। ਕਹਿੰਦਾ ਹੁਣ ਮੈਂ ਜਦੋਂ ਗੁਰੂ ਦੇ ਦੁਆਰੇ ਜਾਵਾਂਗਾ, ਪਹਿਲਾਂ ਪਾਣੀ ਦਾ ਕੋਈ ਸਾਧਨ ਨਹੀਂ ਸੀ ਹੁੰਦਾ, ਪਾਣੀ ਬਾਹਰੋਂ ਢੋਣਾ ਪੈਂਦਾ ਸੀ ਦਰਿਆਵਾਂ ਦੀਆਂ ਕੰਢਿਆਂ ਤੋਂ। ਕਹਿੰਦਾ ਗੁਰੂ ਦੇ ਦੁਆਰੇ ਜਾ ਕੇ ਹੁਣ ਪਾਣੀ ਢੋਵਾ ਕਰਾਂਗਾ, ਵੱਡੀ ਸੇਵਾ ਕਰਾਂਗਾ। ਪਾਪ ਤੇ ਬੜਾ ਵੱਡਾ ਹੋਇਆ ਹੈ। ਗੁਰੂ ਮਹਿਰਾਮਤ ਦੇ ਘਰ ਵਿੱਚ ਆਉਣਗੇ, ਸੇਵਾ ਨੂੰ ਵੇਖ ਕੇ ਇਸ ਨੂੰ ਬਖਸ਼ ਦੇਣਗੇ। ਦਿੱਲੀ ਪੁਰ ਤੇ ਨਿਕਸਿਓ ਚੋਰੀ, ਪੂਰਨ ਪੰਥ ਆਏ ਗੁਰ ਔਰੀ। ਹੁਣ ਦਿੱਲੀ ਤੋਂ ਚੋਰੀ ਨਿਕਲਿਆ, ਚੋਰੀ ਨਿਕਲ ਕੇ ਆ ਕੇ ਸ਼੍ਰੀ ਗੋਇੰਦਵਾਲ ਸਾਹਿਬ ਦੇ ਪੰਥ ਨੂੰ, ਰਾਸਤੇ ਨੂੰ ਚੱਲ ਪਿਆ ਹੈ। ਇਹਾਂ ਬਾਪੇ ਕਾ ਹੋਵਤ ਤਿਆਰੀ, ਮਿਲ ਸਭ ਹਨ ਮੈਂ ਲਾਗਿਓ ਕਾਰੀ। ਜਦੋਂ ਗੋਇੰਦਵਾਲ ਸਾਹਿਬ ਆਇਆ, ਉੱਥੇ ਗੰਗੋ ਸ਼ਾਹ ਵੇਖਦਾ ਹੈ ਬੜੀ ਵੱਡੀ ਸੇਵਾ ਲੱਗੀ ਹੋਈ ਹੈ, ਪੌੜੀਆਂ ਵਾਲਾ ਖੂਹ ਬਣਾਇਆ ਜਾ ਰਿਹਾ ਹੈ। ਮਨ ਵਿੱਚ ਆਇਆ, ਮਨਾ
ਕਿਉਂ ਨਾ ਹੁਣ ਦਿਲ ਲਾ ਕੇ ਸੇਵਾ ਕਰ। ਪਾਪ ਤੇ ਹੋਇਆ, ਔਗਣ ਤੇ ਹੋਇਆ, ਕਿਉਂਕਿ ਸਾਧ ਸੰਗਤ ਦੁਨੀਆ ਵਿੱਚ ਐਸਾ ਕੋਈ ਮਨੁੱਖ ਨਹੀਂ ਹੈ ਜਿਹੜਾ ਗਲਤੀ ਨਾ ਕਰਦਾ ਹੋਏ। ਔਗਣ ਹਰੇਕ ਮਨੁੱਖ ਕਰ ਜਾਂਦਾ ਹੈ, ਪਰ ਆਪਣੇ ਔਗਣਾਂ ਨੂੰ ਕਰਕੇ ਮੰਨਦਾ ਕੋਈ ਹੁੰਦਾ ਹੈ। ਜਿਹੜਾ ਘੱਟੋ ਘੱਟ ਦੁਨੀਆ ਸਾਹਮਣੇ ਨਹੀਂ, ਗੁਰੂ ਦੇ ਸਨਮੁਖ ਹੀ ਆਪਣੇ ਔਗਣ ਨੂੰ ਮੰਨ ਲਵੇ, ਬਖਸ਼ਿਆ ਜਾਂਦਾ ਹੈ। ਮੰਨਣ ਵਾਲਾ ਬਖਸ਼ਿਆ ਜਾਂਦਾ ਹੈ। ਜਿਹੜਾ ਗਲਤੀ ਕਰਕੇ ਵੀ ਬਾਰ-ਬਾਰ ਗੁਰੂ ਦੇ ਸਾਹਮਣੇ ਫਿਰ ਵੀ ਗੱਲ ਨਾ ਮੰਨੇ, ਉਹਦਾ ਹਸ਼ਰ ਮਾੜਾ ਹੁੰਦਾ ਹੈ। ਘੱਟੋ ਘੱਟ ਇਹਨੇ ਔਗਣ ਕੀਤਾ, ਮਨ ਵਿੱਚ ਸਮਝ ਆ ਗਈ, ਕਿਉਂਕਿ ਬੜੀ ਵਾਰੀ ਐਸਾ ਵੀ ਹੁੰਦਾ ਹੈ, ਕਿਉਂਕਿ ਇਹ ਦੁਨੀਆ ਦੀ ਇੰਨੀ ਸਮਝ ਮਨੁੱਖ ਨੂੰ ਨਹੀਂ ਹੈ। ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਇਹ ਦੁਨੀਆ ਦੇ ਉੱਤੇ ਪਰਮਾਤਮਾ, ਕਿਉਂਕਿ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਉਹ ਬਹੁਤ ਵੱਡਾ ਹੈ। ਉਹਨੇ ਕਿਹੜੀ ਰਚਨਾ ਕਿਵੇਂ ਰਚੀ ਹੈ ਮਨੁੱਖ ਨੂੰ ਨਹੀਂ ਪਤਾ। ਤਾਂ ਹੀ ਕਰਕੇ ਬਾਰ-ਬਾਰ ਇੱਕ ਹੀ ਗੱਲ ਕਹੀ ਜਾਂਦੀ ਹੈ ਧਾਰਮਿਕ ਸ਼ਾਸਤਰਾਂ 'ਚ, ਉਹਦੇ ਅੱਗੇ ਬੇਨਤੀ ਕਰੋ, ਜੋਦੜੀ ਕਰੋ, ਕਿਉਂਕਿ ਇੰਨੀ ਬੁੱਧੀ ਨਹੀਂ ਹੈ। ਕੀ ਪਤਾ ਲੱਗਦਾ ਹੈ ਕਿਹੜਾ ਔਗਣ ਦਿਮਾਗ ਦੇ ਵਿੱਚ ਕੋਈ ਗੱਲ ਆ ਗਈ ਹੋਏ ਤੇ ਉਹ ਗੱਲ ਪਰਮੇਸ਼ਰ ਨੂੰ ਮਾੜੀ ਲੱਗ ਗਈ ਹੋਏ, ਇਹ ਨਹੀਂ ਪਤਾ ਮਨੁੱਖ ਨੂੰ। ਕੀ ਪਤਾ ਕਿਹੜੀ ਗੱਲ ਕਰਕੇ ਮਨੁੱਖ ਦਾ ਹਸ਼ਰ ਮਾੜਾ ਹੋ ਰਿਹਾ ਹੋਏ। ਇਸ ਕਰਕੇ ਆਮ ਕਰਕੇ ਵਿਦਵਾਨ ਕਹਿੰਦੇ ਨੇ, ਸੁੱਖ ਵੇਲੇ ਮਨੁੱਖ ਨੂੰ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਪਰਮਾਤਮਾ ਨੂੰ, ਦੁੱਖ ਵੇਲੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ, ਹਰ ਵੇਲੇ ਸਿਮਰਨ ਕਰਨਾ, ਹਰ ਵੇਲੇ ਯਾਦ। ਹੁਣ ਇਹਨੇ ਆਪਣਾ ਔਗਣ ਮੰਨਿਆ, ਸੋਚਦਾ ਹੁਣ ਜਾ ਕੇ ਗੁਰੂ ਦੇ ਦੁਆਰੇ ਸੇਵਾ ਕਰਾਂਗਾ ਤੇ ਮੇਰਾ ਔਗਣ ਬਖਸ਼ ਲਿਆ ਜਾਏਗਾ। ਅੰਤਰ ਜਾਮੀ ਸਭ ਕਿਛ ਜਾਨਾ, ਡਿਗ ਹਕਾਰ ਨੈ ਕਛੂ ਬਖਾਨਾ। ਮਹਾਰਾਜ ਜੀ ਅੰਤਰਜਾਮੀ ਨੇ ਸਾਰਾ ਕੁਝ ਜਾਣ ਲਿਆ ਵੀ ਇਹ ਕਿਉਂ ਆਇਆ ਹੈ, ਪਰ ਉਹਨੂੰ ਕੋਲ ਨਹੀਂ ਬੁਲਾਇਆ। ਸਾਧ ਸੰਗਤ, ਗੁਰੂ ਦਾ ਬਿਰਧ ਵੀ ਸੁਭਾਅ ਵੀ ਇਹੀ ਹੈ, ਕਿਉਂਕਿ ਜਿਸ ਮਨੁੱਖ ਦਾ ਸਾਨੂੰ ਸੁਭਾਅ ਪਤਾ ਹੋਏ ਨਾ, ਉਹਦੇ ਨਾਲ ਮਨੁੱਖ ਦੀ ਰਿਸ਼ਤੇਦਾਰੀ ਲੰਮੀ ਚੱਲ ਪੈਂਦੀ ਹੈ, ਜਿਹੜੇ ਸੁਭਾਅ ਵਧੀਆ ਹੋਏ। ਇੱਥੇ ਪਰਮੇਸ਼ਰ ਦਾ ਸੁਭਾਅ ਵੀ ਮਹਾਰਾਜ ਦੱਸਦੇ ਨੇ, ਉਹਦਾ ਸੁਭਾਅ ਦਿਆਲੂ ਹੈ, ਕਿਰਪਾਲੂ ਹੈ। ਜੇ ਲੱਖ ਅਪਰਾਧ ਵੀ ਕਿਤੇ ਇੱਕ ਬੱਚਾ ਕਰ ਲਏ ਨਾ, ਉਹਦੀ ਮਾਂ ਆਪਣੇ ਬੱਚੇ ਦੇ ਵਿਕਾਰਾਂ ਨੂੰ ਚਿਤਵਦੀ ਨਹੀਂ। ਜੇ ਕਿਤੇ ਬੱਚਾ ਅੱਗੇ ਆ ਕੇ ਕਹਿ ਦੇ ਮਾਂ ਮੇਰੇ ਤੋਂ ਗਲਤੀ ਹੋ ਗਈ, ਮਾਂ ਆਪਣੇ ਬੱਚਿਆਂ ਦੀਆਂ ਵਿਕਾਰਾਂ ਨੂੰ ਚੇਤੇ ਨਹੀਂ ਰੱਖਦੀ। ਐਵੇਂ ਪਰਮੇਸ਼ਰ ਦੇ ਜਿੰਨੀ ਵੀ ਇਹ ਦੁਨੀਆ ਹੈ ਸਾਰੀ ਉਹਦੇ ਬੱਚੇ ਹੀ ਨੇ। ਮਹਾਰਾਜ ਬਾਣੀ 'ਚ ਕਹਿੰਦੇ ਨੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਬਾਣੀ ਦੇ ਵਿੱਚ ਆਉਂਦਾ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖ ਸਥਿਤੇ। ਸੁੱਤ ਕਿੰਨੇ ਵੀ ਅਪਰਾਧ ਕਰੇ, ਮਾਂ ਚੇਤੇ ਨਹੀਂ ਰੱਖਦੀ। ਐਵੇਂ ਮਨੁੱਖ ਔਗਣਿਆਰਾ ਹੈ, ਬੜੇ ਪਾਪ ਕਰੇ, ਪਰ ਬਾਣੀ ਕਹਿੰਦੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੇ ਕੋਈ ਗੁਰੂ ਦੇ ਦੁਆਰੇ ਆ ਕੇ ਆਪਣੇ ਔਗਣਾਂ ਨੂੰ ਮੰਨ ਲੈਂਦਾ ਹੈ, ਪਰਮਾਤਮਾ ਉਹਨੂੰ ਗਲ ਲਾ ਲੈਂਦਾ ਹੈ। ਪਰਮਾਤਮਾ ਦੇ ਸਾਹਮਣੇ ਇਹ ਮੰਨ ਲਵੇ ਮੈਂ ਔਗਣਿਆਰਾ, ਪਰਮਾਤਮਾ ਉਸ ਨੂੰ ਬਖਸ਼ ਦਿੰਦਾ ਹੈ। ਬਹੁਤ ਮੋਲ ਕੇ ਵਸਤਰਨ ਮਾਹੇ, ਬਾਂਦੇ ਈਟ ਪੀਠ ਧਰ ਜਾਹੇ। ਬੜੇ ਮਹਿੰਗੇ ਉਹਨੇ ਕੱਪੜੇ ਪਾਏ ਹੋਏ ਸੀ, ਪਰ ਫਿਰ ਵੀ ਉਹਨਾਂ ਕੱਪੜਿਆਂ ਦੇ ਨਾਲ ਹੀ ਇੱਟਾਂ ਬੰਨ ਲਈਆਂ। ਸਾਧ ਸੰਗਤ, ਨਾਲ ਦੀ ਨਾਲ ਮੈਂ ਆਪ ਜੀ ਨੂੰ ਜਿਹੜਾ ਅੱਜ ਦਾ ਤਿਉਹਾਰ ਹੈ ਇਹਦੇ ਬਾਰੇ ਵੀ ਦੱਸਣਾ ਚਾਹੁੰਦਾ, ਕਿਉਂਕਿ ਅੱਜ ਦੀਵਾਲੀ ਦਾ ਤਿਉਹਾਰ ਹੈ। ਅੱਜ ਭਾਰਤ ਦੇ ਵਿੱਚ ਇਸ ਨੂੰ ਬੜੇ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਭਾਵੇਂ ਕੋਈ ਵੀ ਕਮਿਊਨਿਟੀ ਹੈ, ਸਾਰੇ ਇਹਨੂੰ ਬੜੇ ਸ਼ਰਧਾ ਸਤਿਕਾਰ ਦੇ ਨਾਲ ਮਨਾਉਂਦੇ ਨੇ। ਜਿੱਥੇ ਹਿੰਦੂ ਗ੍ਰੰਥਾਂ ਦੇ ਮੁਤਾਬਕ, ਸ਼ਾਸਤਰਾਂ ਦੇ ਮੁਤਾਬਕ ਸਾਡੇ ਦੇਸ਼ ਦਾ ਮਹਾਨ ਗ੍ਰੰਥ ਰਾਮਾਇਣ, ਉਹਦੇ ਅਨੁਸਾਰ ਸ਼੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਵਨਵਾਸ ਕੱਟ ਕੇ ਜਦੋਂ ਅਯੋਧਿਆ ਪਹੁੰਚੇ, ਅਯੋਧਿਆ ਵਾਸੀਆਂ ਨੇ ਉੱਥੇ ਫਿਰ ਦੀਪਮਾਲਾ ਕੀਤੀ ਉਹਨਾਂ ਦੀ ਖੁਸ਼ੀ ਦੇ ਅੰਦਰ।
ਐਵੇਂ श्री गुरु हरगोबिंद साहब जी महाराज जिस दिन ग्वालियर के किले विचों रिहा होए उस दिन दीपमाला हुई, क्योंकि श्री गुरु हरगोबिंद साहब जी महाराज श्री अमृतसर साहब दे विच जिथे उन्होंने अकाल तख्त साहब की रचना की, अकाल तख्त साहब की सिरजना की, सिखां नूं क्या अज तो बाद दो किरपानां पाउणियां ने, एक मीरी दी एक पीरी दी, नाल दी नाल घोड़ सवारी दे हुक्म दिते और अकाल तख्त साहब ते फैसले भी महाराज करके देन लगे। कोई गरीब आउंदा उहदा फैसला भी उत्थे नहीं बढ़दा। ये जिहड़ी गल मौके दे जिहड़ी हुकूमत उहनूं चंगी ना लगी। और हुंदा भी यही है, जिहड़ा राजा हुंदा है पहली गल तो वह हंकारी हुंदा है। जिहदे कोल भी राज है, जरूरी नहीं देश का राज है, किसी कोल छोटे जे पिंड का राज है, उस तो वड्डा राज है, किसी भी चीज़ का राज है, राज हंकार पैदा करता हुंदा है। महाराज कहते राजंग ता अभिमानंग, जदों ही राज हत्थ विच आउंदा है अभिमान आउणा ही आउणा है। यही गल जहांगीर उदों का बादशाह है, उन्होंने चंगी ना लगी। क्यों? उहदे तख्त के बराबर अकाल तख्त साहब की रचना हो गई। वो कहता है श्री गुरु हरगोबिंद साहब जी नूं मैं कैद करना है, तो उन्हें पंजाब का गवर्नर बदल के मुर्तजदा खान नूं गवर्नर लगाया। नाल दी नाल उत्थे एक वजीर खान नां दा सिपाही है, वह भी वड्डा गवर्नर है। उन्हें श्री गुरु हरगोबिंद साहब जी ने कहा महाराज तुहानू जहांगीर ने गलबात करने के लिए आगरे बुलाया। महाराज आगरे गए, पहला दिल्ली गए, दिल्ली जाके मजनू के टिले महाराज रहे। उत्थे ही एक बड़ा वड्डा सूफी फकीर सिकंदर शाह, उन्हें महाराज जी नूं सवाल जवाब भी किए। वो महाराज जी नूं कहंदा महाराज ये जिहड़ी दुनिया है ये दुखों का घर है, सुख किवें मिले? महाराज जी नूं दस्सिया भाई दुख ते सुख ते मनुख दे कर्मां दे हिसाब नाल ने। जिहड़े मनुख परमेश्वर नूं विसर जांदे ने उन्हां कोल दुख ही दुख ने, दुख तो सिवाय कुछ नहीं है। उस तो बाद महाराज ग्वालियर के किले विच गए। ग्वालियर के किले विच महाराज जी नूं कैद रखिया गया। और जिहड़ा ग्वालियर का किला है वो कोई आम कैदियों वास्ते नहीं सी, जिहड़े शाही कैदी सन उन्हां नूं। और ग्वालियर के किले विच जिहड़ा भी राजा एक बारी चला जाता सी वो वापस नहीं सी मुड़दा। क्यों? क्योंकि ग्वालियर के किले विच रोटी दे नाल स्लो मोशन जिहड़ा मिठा जहर वो भी दिता जाता सी। रोज़ रोज़ रोटी के नाल नाल जहर भी दिता जाना। जिन्हें भी रोटी खानी कहते रोज़ दी रोज़ कोई ना कोई कैदी तड़फ के जरूर उत्थे पूरा हुंदा सी। ग्वालियर के किले च पैर रगड़ रगड़ के महाराज जी ने जवाब दिता मैं इत्थे लंगर नहीं छकांगा। एक उत्थों का ही जिहड़ा दरोगा है जिन्हों आपां जेल सुपरीडेंट कहने हरिदास, उन्हें ये गल नूं मनना किया। महाराज का श्रद्धालु भी सी। क्यों? क्योंकि गुरु हरगोबिंद साहब महाराज जी के चेहरे की जिहड़ी आभा वो वखरी सी। क्योंकि बंदगी करन वालियां दा रूप रंग अलग ही बनता जाता है। असीं इत्थे बैठे हैं, एक साडा ये वाला शरीर है, इस शरीर के नाल नाल जिन्नी कोई बंदगी करेगा उन्ना उहदा दायरा नाल नाल हवा दे विच भी बनता जाता है। इनू आभा मंडल भी कहते हैं, इंग्लिश औरा कहते हैं। जिन्ना साडा ये शरीर है ये नाल नाल साडा आभा मंडल भी है। वो किसी का तो पॉजिटिव हुंदा है, किसी का नैगेटिव हुंदा है। जिहड़े बंदगी नहीं करते, सत संगत विच विचार कदे नहीं सुनी, उन्हां दा नकारात्मक हुंदा है। उन्हां दे कोल बैठिया भी दिल काला पैना शुरू हो जाता है। उन्हां दियां गल्लां सुन के भी दिल काला पैंदा है। जिहड़े हमेशा ईरखा द्वैश विच लगे ने उन्हां दे नाल नाल हवा विच आभा मंडल। और इहदी जिहड़ी अगे लंबाई चौड़ाई 3 इंच दसदे ने विद्वान।
3-3 ਇੰਚ ਬਾਹਾਂ ਤੋਂ ਇੰਨੀ ਦੂਰ ਤਾਈਂ ਆਵਾ ਮੰਡਲ ਮਨੁੱਖ ਦੇ ਹੁੰਦਾ ਹੈ। ਜਿੰਨੀ ਜਿਹਦੀ ਬੰਦਗੀ ਵੱਧਦੀ ਹੈ ਉਨਾ ਹੀ ਵੱਡਾ ਉਹਦਾ ਆਵਾ ਮੰਡਲ ਕਦੀ ਵੇਖਣਾ। ਜਿੰਨੇ ਅਵਤਾਰ ਨੇ ਉਹਨਾਂ ਦੀਆਂ ਫੋਟੋਆਂ ਦੇ ਪਿੱਛੇ ਗੋਲ ਚੱਕਰ ਬਣਿਆ ਹੁੰਦਾ ਹੈ। ਉਹ ਗੋਲ ਚੱਕਰ ਇਸੇ ਚੀਜ਼ ਦਾ ਹੀ ਨਿਸ਼ਾਨ ਹੁੰਦਾ ਹੈ। ਇਸ ਕਰਕੇ ਮਹਾਰਾਜ ਜੀ ਦਾ ਆਭਾ ਮੰਡਲ ਐਸਾ ਸੀ, ਕਿਉਂਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ। ਜਿਨ੍ਹਾਂ ਨੂੰ ਲਾਲ ਰੰਗ ਪਰਮਾਤਮਾ ਦਾ ਲੱਗਿਆ ਹੋਏ ਉਹਨਾਂ ਦੀ ਜਿਹੜੀ ਨੁਹਾਰ ਵੱਖਰੀ ਹੋਈ ਹੁੰਦੀ ਹੈ। ਹਾਂ, ਇੱਕ ਗੱਲ ਹੈ, ਜਿਵੇਂ ਪੱਥਰ ਦੇ ਉੱਤੇ ਪਾਣੀ ਦਾ ਕੋਈ ਅਸਰ ਨਹੀਂ ਹੁੰਦਾ, ਜਿਹੜੇ ਵਿਕਾਰੀ ਪੁਰਸ਼ ਹੁੰਦੇ ਨੇ ਉਹਨਾਂ ਦੇ ਉੱਤੇ ਐਸੇ ਪੁਰਸ਼ਾਂ ਦਾ ਵੀ ਕੋਈ ਅਸਰ ਨਹੀਂ ਹੁੰਦਾ। ਜਿਨ੍ਹਾਂ ਦੇ ਅੰਦਰ ਥੋੜੀ ਜੀ ਦਇਆ ਹੈ, ਧਰਮ ਹੈ, ਉਹਨਾਂ ਦੇ ਉੱਤੇ ਝਟਪਟ ਹੀ ਅਸਰ ਹੋ ਜਾਂਦਾ ਐਸੇ ਪੁਰਸ਼ਾਂ ਦਾ, ਜਿਨ੍ਹਾਂ ਦੇ ਅੰਦਰ ਬੰਦਗੀ ਹੈ। ਪਰ ਜਿਨ੍ਹਾਂ ਦੇ ਅੰਦਰ ਬੰਦਗੀ ਨਹੀਂ, ਹਿਰਦਾ ਕੋਮਲ ਨਹੀਂ ਹੈ, ਜਿਵੇਂ ਪੱਥਰ ਦੇ ਉੱਤੇ ਪਾਣੀ ਪਾਈ ਜਾਓ, ਪੱਥਰ ਕਦੇ ਨਹੀਂ ਭਿੱਜਦਾ, ਭਾਵੇਂ ਹਜ਼ਾਰਾਂ ਸਾਲ ਪਾਣੀ ਵਿੱਚ ਰੱਖੋ, ਅੰਦਰੋਂ ਖਾਲੀ ਰਹਿੰਦਾ ਹੈ। ਐਵੇਂ ਜਿਹੜੇ ਮਨੁੱਖਾਂ ਦੇ ਅੰਦਰ ਸਰਲਤਾ ਨਹੀਂ, ਪਰਮੇਸ਼ਰ ਦਾ ਪਿਆਰ ਨਹੀਂ ਹੈ, ਉਹਨਾਂ ਦਾ ਨਾ ਸਤ ਸੰਗਤ ਵਿੱਚ ਦਿਲ ਲੱਗਦਾ ਹੈ, ਨਾ ਐਸੇ ਪੁਰਸ਼ਾਂ ਦੇ ਕੋਲ ਬੈਠਣ ਨੂੰ ਹੀ ਦਿਲ ਲੱਗਦਾ। ਬਾਣੀ ਸ਼ਬਦ ਹੈ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਈ। ਮਾਖੀ ਚੰਦਨ ਪਰ ਹਰੈ, ਜਹਾਂ ਬਿਗੰਧ ਤਹਾਂ ਜਾਏ। ਜਿਵੇਂ ਇੱਕ ਪਾਪੀ ਪੁਰਸ਼ ਹੈ, ਉਹਨੂੰ ਭਗਤੀ ਨਹੀਂ ਚੰਗੀ ਲੱਗਦੀ, ਉਹਨੂੰ ਬੰਦਗੀ ਨਹੀਂ ਚੰਗੀ ਲੱਗਦੀ, ਨਾ ਬੰਦਗੀ ਕਰਨ ਵਾਲਿਆਂ ਦਾ ਸੰਗ ਚੰਗਾ ਲੱਗਦਾ ਹੈ, ਉਹਦਾ ਦਿਲ ਕਾਹਲਾ ਪੈਂਦਾ ਹੈ। ਬੰਦਗੀ ਕਰਨੀ ਵੀ ਹਰੇਕ ਦੇ ਵੱਸ ਦੀ ਗੱਲ ਨਹੀਂ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਰੀਦਾਸ ਜਿਹੜਾ ਹੈ, ਉਹਦੀ ਹਿਸਟਰੀ ਜਦੋਂ ਪੜ੍ਹੀਏ, ਹਰੀਦਾਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਭਲੇ ਦੇ ਕੰਮ ਉਹਨੇ ਕੀਤੇ ਨੇ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਭਾਵ ਉੱਤੇ ਪਿਆ। ਮਹਾਰਾਜ ਨੇ ਲੰਗਰ ਨਾ ਉੱਥੇ ਛਕਣਾ। ਫਿਰ ਉਸ ਤੋਂ ਬਾਅਦ ਚੰਦੂ ਨੇ ਇੱਕ ਦੂਜੀ ਵਿਉਂਤ ਲੜਾਈ। ਉਹ ਸੋਚਦਾ ਹੈ ਇੱਕ ਚੋਲਾ ਮਹਾਰਾਜ ਵਾਸਤੇ ਸਵਾਇਆ ਤੇ ਚੋਲੇ ਨੂੰ ਸਾਰੇ ਨੂੰ ਜ਼ਹਿਰ ਲਾਇਆ ਹੋਇਆ, ਵਿਖਦਾ ਨਹੀਂ ਸੀ। ਔਰ ਉਹ ਜ਼ਹਿਰ ਕਦੋਂ ਅਸਰ ਕਰਨਾ ਸੀ? ਜਦੋਂ ਮਹਾਰਾਜ ਜੀ ਨੂੰ ਪਸੀਨਾ ਹੋਣਾ ਸੀ, ਉਹ ਜ਼ਹਿਰ ਪਸੀਨੇ ਦੇ ਨਾਲ ਚੜ ਜਾਣਾ ਸੀ ਮਹਾਰਾਜ ਜੀ ਨੂੰ। ਇਹ ਗੱਲ ਉਹਨੇ ਜਾ ਕੇ ਚੰਦੂ ਦੇ ਲੜਕੇ ਨੇ, ਜਿਹੜਾ ਜੇਲ੍ਹ ਸੁਪਰੀਡੈਂਟ ਹੈ, ਉਹਨੂੰ ਆਖੀ ਵੀ ਬੜੇ ਸਾਰੇ ਪੈਸੇ ਤੈਨੂੰ ਦਿਆਂਗੇ, ਆ ਚੋਲਾ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪਿਆ ਦੇ। ਮਹਾਰਾਜ ਨੂੰ ਪਾ ਲੈਣਗੇ, ਉਹ ਦੁਨੀਆ ਤੋਂ ਫਾਨੀ, ਇਸ ਦੁਨੀਆ ਤੋਂ ਚਲੇ ਜਾਣਗੇ। ਪਰ ਹਰਿਦਾਸ ਨੇ, ਦੇਖੋ ਬੜੇ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਇਕੱਲੀ ਮਾਇਆ ਦੀ ਗੱਲ ਨਹੀਂ ਹੁੰਦਾ, ਨਹੀਂ ਮੈਨੂੰ ਮਾਇਆ ਨਹੀਂ ਚਾਹੀਦੀ, ਮੈਂ ਪੈਸੇ ਨਹੀਂ ਲੈਣੇ, ਮੈਂ ਐਸਾ ਪਾਪ ਨਹੀਂ ਕਰ ਸਕਦਾ। ਉਹਨੇ ਜਵਾਬ ਦੇ ਦਿੱਤਾ। ਦੂਜੀ ਸਾਈਡ ਦੇ ਵਿੱਚ ਸੰਗਤਾਂ ਨੂੰ ਇਹ ਕਿਹਾ ਗਿਆ, ਮਹਾਰਾਜ ਆਗਰੇ ਜਹਾਂਗੀਰ ਦੇ ਨਾਲ ਗੱਲਬਾਤ ਕਰਨੀ। ਸੰਗਤਾਂ ਨੂੰ ਇਹ ਨਹੀਂ ਕਿਹਾ, ਮਹਾਰਾਜ ਨੂੰ ਕੈਦ ਕੀਤਾ ਗਿਆ। ਇਤਿਹਾਸਕਾਰ ਮੰਨਦੇ ਨੇ 3 ਸਾਲ ਮਹਾਰਾਜ ਗਵਾਲੀਅਰ ਦੇ ਕਿਲੇ 'ਚ ਰਹੇ ਨੇ। ਬੜਾ ਸਮਾਂ ਹੁੰਦਾ ਹੈ 3 ਸਾਲ। ਸੰਗਤਾਂ ਦੇ ਅੱਖਾਂ ਵਿੱਚ ਅਥਰੂ ਨੇ। ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਦੀ ਉਮਰ 70 ਸਾਲ ਹੈ ਉਦੋਂ। ਭਾਈ ਗੁਰਦਾਸ ਜੀ ਨੂੰ ਪੁੱਛਿਆ ਜਾਂਦਾ ਹੈ, ਸੰਗਤਾਂ ਵੱਡੇ ਹੋਈ ਨੇ, ਮਹਾਰਾਜ ਕਿੱਥੇ ਨੇ? ਉਹ ਸੰਗਤਾਂ ਨੂੰ ਕਹਿੰਦੇ ਨੇ ਆਗਰੇ ਗਏ ਨੇ, ਗੱਲਬਾਤ ਕਰਨ ਗਏ ਨੇ। ਪਰ 1 ਸਾਲ ਕੋਈ ਗੱਲਬਾਤ ਕੌਣ ਕਰਦਾ ਹੈ? ਬਾਬਾ ਬੁੱਢਾ ਸਾਹਿਬ ਜੀ ਨੇ ਇਸ ਨਜਾਕਤ ਨੂੰ ਵੇਖਦਿਆਂ ਫਿਰ ਚੌਂਕੀ ਦੀ ਪ੍ਰਥਾ ਚਲਾਈ। ਚੌਂਕੀ ਸ਼ਬਦ ਆਮ ਕਰਕੇ ਜਲੂਸ ਦਾ ਵਾਚਕ ਹੈ। ਜਲੂਸ ਦਾ ਮਤਲਬ ਜਿੱਥੇ ਇਕੱਠ ਹੋਏ, 4 ਲੋਕ ਇਕੱਠੇ ਹੋਣ, ਗੱਲਬਾਤ ਕਰਨ। ਭਾਵ ਇੱਕ ਸਿੱਖ ਅੱਗੇ ਮਸ਼ਾਲ ਫੜ ਕੇ ਅੱਗੇ ਅੱਗੇ ਚੱਲਦਾ ਸੀ, ਇੱਕ ਪਿੱਛੇ ਝੰਡਾ ਫੜਦਾ ਸੀ, ਬਾਕੀ ਬਾਣੀ ਪੜ੍ਹਦੇ ਸੀ। ਇਹ ਪਿੰਡਾਂ ਵਿੱਚ ਚੌਂਕੀਆਂ, ਜਿਵੇਂ ਅੱਜ ਪ੍ਰਭਾਤ ਫੇਰੀਆਂ ਨੇ, ਚੌਂਕੀ ਦੀ ਪ੍ਰਥਾ ਚੱਲੀ। ਬਾਬਾ ਬੁੱਢਾ ਸਾਹਿਬ ਜੀ ਸਵੇਰੇ ਅਤੇ ਸ਼ਾਮ 2 ਟਾਈਮ, ਹਰਮੰਦਰ ਸਾਹਿਬ ਕਦੀ ਆਪ ਜੀ ਦਰਸ਼ਨ ਸਾਰਿਆਂ ਨੇ ਕੀਤੇ ਨੇ, ਉਹ ਪਰਿਕਰਮਾ ਦੇ ਵਿੱਚ ਅੱਜ ਵੀ ਉਹ ਚੌਂਕੀਆਂ ਚੱਲਦੀਆਂ ਨੇ। ਉਹ ਚੌਂਕੀ ਦੀ ਪ੍ਰਥਾ ਚਲਾਈ ਬਾਬਾ ਬੁੱਢਾ ਸਾਹਿਬ ਜੀ ਨੇ। 2 ਚੌਂਕੀਆਂ, ਇੱਕ ਸਵੇਰੇ ਇੱਕ ਸ਼ਾਮ, ਅੱਜ ਵੀ ਚੱਲਦੀ ਹੈ। ਔਰ ਜਿਹੜੀ ਉਹ ਚੌਂਕੀ ਹੈ ਨਾ, ਪੜ੍ਹਦੇ ਉਹ ਬਾਣੀ ਨੇ, ਉਹ ਬਾਣੀ ਸਮਝ ਹੀ ਨਹੀਂ ਆਉਂਦੀ ਕਿਸੇ ਨੂੰ। ਪੜ੍ਹਦੇ ਨੇ, ਉਹਨਾਂ ਦੀ ਲੈ ਸੁਰ ਤਾਲ ਮਿਲਦੀ ਨਹੀਂ ਕਿਸੇ ਨਾਲ। ਉਸ ਸੁਰ ਤਾਲ 'ਚ
ਨਾ ਤੇ ਆਪਾਂ ਪ੍ਰਭਾਤ ਫੇਰੀ 'ਚ ਕਦੀ ਸ਼ਬਦ ਗਾਉਂਦੇ ਆ, ਕਦੇ ਜੋਟੀਆਂ 'ਚ ਵੀ ਬਹਿ ਕੇ ਗਾਈਏ, ਨਹੀਂ ਗਾਏ ਜਾਂਦੇ, ਨਾ ਕੀਰਤਨ ਨਾਲ ਉਹਨਾਂ ਦੀ ਲੈ। ਉਹ ਪੁਰਾਣੀ ਲੈ ਹੈ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਗਾਉਂਦੇ ਸਨ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਪਿੱਛੇ ਚੌਂਕੀਆਂ ਦੀ ਪ੍ਰਥਾ ਸ਼ੁਰੂ ਕੀਤੀ ਪਿੰਡਾਂ ਪਿੰਡਾਂ। ਉਸ ਤੋਂ ਬਾਅਦ ਸਿੱਖਾਂ ਨੇ ਜਾਣਾ ਗਵਾਲੀਅਰ। ਵੇਖੋ ਕਿੱਡਾ ਪਿਆਰ ਹੈ ਗੁਰੂ ਦੇ ਪ੍ਰਤੀ। ਮੈਂ ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਸ਼ਬਦ ਵੇਖਦੇ ਹਾਂ, ਜਿਦ ਮਿਲ ਮੇਰੇ ਪ੍ਰੀਤਮਾ ਜੀਓ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਵ ਕਰੇ ਚਾਤਰੀ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਐਸੀ ਲੋਚਾ ਸਿੱਖਾਂ ਦੇ ਵਿੱਚ ਹੋਈ। ਸਿੱਖਾਂ ਨੇ ਪਹਿਲਾਂ ਪਿੰਡਾਂ ਵਿੱਚ ਜਾਣਾ, ਫਿਰ ਪਿੰਡਾਂ ਤੋਂ ਗਵਾਲੀਅਰ ਪੈਦਲ ਹੀ ਜਾਣਾ ਤੇ ਗਵਾਲੀਅਰ ਦੇ ਕਿਲੇ ਦੀ ਕੰਧ ਨੂੰ ਹੀ ਨਮਸਕਾਰ ਕੇ ਵਾਪਸ ਆ ਜਾਣਾ। ਕਈਆਂ ਨੇ ਕਹਿੰਦੇ ਨੇ ਗਵਾਲੀਅਰ ਦੇ ਕਿਲੇ ਦੀ ਪਰਿਕਰਮਾ ਵੀ ਕਰਨੀ। ਔਰ ਜਹਾਂਗੀਰ ਨੂੰ ਇਹ ਸਾਰੀਆਂ ਰਿਪੋਰਟਾਂ ਮਿਲ ਰਹੀਆਂ ਸਨ। ਵੇਖੋ ਕਿੱਡਾ ਉਹਨਾਂ ਵਿੱਚ ਪਿਆਰ ਹੈ। ਉਹਨਾਂ ਨੂੰ ਜਵਾਬ ਵੀ ਦਿੱਤਾ ਜਾਂਦਾ। ਐਵੇਂ ਦਿਨ ਲੰਘਦੇ ਗਏ। ਉਸ ਤੋਂ ਬਾਅਦ ਇੱਕ ਦਿਨ ਜਹਾਂਗੀਰ ਨੇ ਸ਼ਾਦੀ ਕੀਤੀ ਨੂਰ ਜਹਾਂ ਦੇ ਨਾਲ। ਨੂਰ ਜਹਾਂ ਜਿੱਥੇ ਭਗਤੀ ਭਾਵ ਵਾਲੀ ਸੀ, ਉੱਥੇ ਉਹ ਐਸੀ ਬੀਬੀ ਸੀ ਜਿਹੜੀ ਬੁੱਧੀ ਬੜੀ ਜ਼ਿਆਦਾ ਤਿੱਖਣ ਸੀ। ਜਹਾਂਗੀਰ ਅਸਲ ਦੇ ਵਿੱਚ ਆਪਣੇ ਗਲਬੇ ਦੇ ਵਿੱਚ ਲੈਂਦਾ ਉਹਦੇ ਨਾਲ ਉਹਨੇ ਵਿਆਹ ਕਰ ਲਿਆ। ਤੇ ਜਿਹੜੀ ਨੂਰ ਜਹਾਂ ਹੈ ਇਹ ਲਾਹੌਰ ਦੀ ਰਹਿਣ ਵਾਲੀ ਸੀ। ਵੇਖੋ ਕਿੱਡਾ ਵੱਡਾ ਫਰਕ ਹੈ। ਲਾਹੌਰ ਦੀ ਰਹਿਣ ਵਾਲੀ ਸਾਈਂ ਮੀਆਂ ਮੀਰ ਦੀ ਉਹ ਸ਼ਾਗਿਰਦ ਸੀ। ਰੋਜ਼ ਸਤ ਸੰਗਤ ਵਿੱਚ ਜਾਣਾ ਸਾਈਂ ਮੀਆਂ ਮੀਰ ਦੀ। ਇੱਡਾ ਪ੍ਰਭਾਵ ਉੱਤੇ ਸਾਈਂ ਮੀਆਂ ਮੀਰ ਦਾ ਪਿਆ ਹੋਇਆ ਸੀ। ਨਾਲ ਦੀ ਨਾਲ ਸਾਈਂ ਮੀਆਂ ਮੀਰ ਤੇ ਫਕਰ ਉਦ ਦੀਨ ਤੇ ਨਿਜ਼ਾਮੂਦੀਨ ਔਲੀਆ, ਜਿਹਦੇ ਨਾਂ ਤੇ ਅੱਜ ਦਿੱਲੀ ਵਿੱਚ ਸਟੇਸ਼ਨ ਹੈ, ਉਦੋਂ ਬੜਾ ਵੱਡਾ ਫਕੀਰ ਮੰਨਿਆ ਜਾਂਦਾ ਨਿਜ਼ਾਮੂਦੀਨ ਔਲੀਆ। ਇਹਨਾਂ ਨੇ ਜਾ ਕੇ ਥੋੜੇ ਦਿਨਾਂ ਬਾਅਦ ਜਹਾਂਗੀਰ ਬਿਮਾਰ ਹੋ ਗਿਆ। ਜਦੋਂ ਬਿਮਾਰ ਹੋਇਆ ਜਹਾਂਗੀਰ, ਕਹਿੰਦੇ ਥੋੜੇ ਦਿਨ ਪਹਿਲਾਂ ਭਾਈ ਜੇਠਾ ਜੀ ਨੇ ਆਪਣਾ ਰੂਪ ਬਦਲ ਕੇ ਨਾ ਸ਼ੇਰ ਦਾ ਰੂਪ ਧਾਰਨ ਕਰਕੇ ਜਹਾਂਗੀਰ ਨੂੰ ਡਰਾਇਆ ਵੀ। ਜਹਾਂਗੀਰ ਬਿਮਾਰ ਹੋਇਆ, ਸਾਰੇ ਡਾਕਟਰੀ ਇਲਾਜ ਨਾ ਲੱਗੇ, ਉਹਨੂੰ ਨਿਜ਼ਾਮੂਦੀਨ ਔਲੀਆ ਕੋਲ ਲੈ ਕੇ ਆਈ ਨੂਰ ਜਹਾਂ ਦਿੱਲੀ। ਨੂਰ ਜਹਾਂ ਨੇ ਉਹਦੀ ਬੜੀ ਸੇਵਾ ਕੀਤੀ, ਲੈ ਕੇ ਆਈ ਦਿੱਲੀ। ਜਹਾਂਗੀਰ ਪੁੱਛਦਾ ਮੇਰੇ ਬਿਮਾਰੀ ਦਾ ਕਾਰਨ। ਕੋਲ ਫਕਰੂ ਉਦ ਦੀਨ ਬੈਠਾ ਹੈ, ਮੀਆਂ ਮੀਰ ਵੀ ਉੱਥੇ ਹੈ। ਮੀਆਂ ਮੀਰ ਕਹਿੰਦਾ ਹੈ ਜਹਾਂਗੀਰ, ਜਿਹਦੇ ਰਾਜ ਦੇ ਵਿੱਚ ਨਿਰਦੋਸ਼ੇ ਫਕੀਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੋਏ, ਉਹ ਰਾਜਾ ਕਿੱਥੋਂ ਸੁੱਖ ਦੀ ਨੀਂਦ ਸੋ ਸਕਦਾ ਹੈ? ਕਹਿੰਦਾ ਕਿਵੇਂ? ਜਹਾਂਗੀਰ ਪੁੱਛਦਾ ਮੈਨੂੰ ਬ੍ਰਹਮ ਗਿਆਨੀ ਦੇ ਅਰਥ ਦੱਸੋ, ਬ੍ਰਹਮ ਗਿਆਨੀ ਕੌਣ ਹੁੰਦਾ ਹੈ? ਸਾਈਂ ਮੀਆਂ ਮੀਰ ਕਹਿਣ ਲੱਗੇ, ਜਿਹਨੂੰ ਦੁੱਖ ਤੇ ਸੁੱਖ ਬਰਾਬਰ ਹੋਏ, ਸੋਨਾ ਤੇ ਚਾਂਦੀ ਬਰਾਬਰ ਹੋਏ, ਉਹਨੂੰ ਫਕੀਰ ਮੰਨਿਆ ਜਾਂਦਾ ਹੈ। ਜਿਹਦੇ ਹਰਕ ਸੋਖ ਨਾ ਹੋਏ, ਵੈਰੀ ਮਿੱਤਰ ਬਰਾਬਰ ਹੋਣ, ਈਰਖਾ ਦਵੈਸ਼ ਨਾ ਹੋਏ, ਕਹਿੰਦਾ ਐਸੀ ਸ਼ਖਸੀਅਤ ਦੁਨੀਆ ਤੇ ਕੋਈ ਹੈ? ਸਾਈਂ ਮੀਆਂ ਮੀਰ ਕਹਿਣ ਲੱਗਾ ਕਿੱਡੀ ਵੱਡੀ ਗੱਲ। ਦੂਜੇ ਧਰਮ ਚੋਂ ਸਾਈਂ ਮੀਆਂ ਮੀਰ ਕਹਿੰਦਾ ਹੈ, ਕਹਿੰਦੇ ਜਹਾਂਗੀਰ ਜਿਹਨੂੰ ਤੂੰ ਤੱਤੀ ਤਵੀ ਤੇ ਬਹਾਇਆ, ਉਹ ਤੋਂ ਵੱਡਾ ਬ੍ਰਹਮ ਗਿਆਨੀ ਤੇਰੇ ਰਾਜ ਵਿੱਚ ਨਹੀਂ ਸੀ ਹੋਣਾ। ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਤੂੰ ਆਪਣੇ ਰਾਜ ਦੇ ਵਿੱਚ ਇੱਡੇ ਵੱਡੇ ਫਕੀਰਾਂ ਦਾ ਖੂਨ ਡੋਲਿਆ, ਤੈਨੂੰ ਨਿੰਦਰ ਕਿਵੇਂ ਪੈ ਸਕਦੀ ਹੈ? ਇਹਦੇ ਕਿਸੇ ਆਮ ਬੇਹੱਕੇ ਦਾ ਮਨੁੱਖ ਹੱਕ ਮਾਰ ਲਏ, ਉਹਨੂੰ ਨਹੀਂ ਨਿੰਦਰ ਆਉਂਦੀ। ਤੂੰ ਤੇ ਏਡੇ ਵੱਡੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ। ਤੇ ਸਾਈਂ ਮੀਆਂ ਮੀਰ ਕਹਿੰਦਾ ਹਜੇ ਵੀ ਕੁਝ ਵਿਗੜਿਆ ਨਹੀਂ। ਅੱਜ ਵੀ ਉਹਨਾਂ ਦੀ ਅੱਗੇ ਗੱਦੀ ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਉਹਨਾਂ ਦਾ ਹੀ ਰੂਪ ਨੇ। ਪਹਿਲਾਂ ਜਾ ਕੇ ਉਹਨੂੰ ਰਿਹਾ ਕਰ। ਜਹਾਂਗੀਰ ਨੇ ਜਾ ਕੇ ਹੁਕਮ ਦਿੱਤੇ ਵੀ ਇਹਨਾਂ ਨੂੰ ਰਿਹਾ ਕਰ ਦਿਓ। ਹੁਣ ਮਹਾਰਾਜ ਜੀ ਦੇ ਨਾਲ ਪਹਾੜੀ ਰਾਜੇ ਨੇ। ਪਹਾੜੀ ਰਾਜੇ ਕਹਿੰਦੇ ਮਹਾਰਾਜ ਸਾਨੂੰ ਰੋਜ਼ ਜ਼ਹਿਰ ਪਿਆਇਆ ਜਾਂਦਾ ਮਿੱਠਾ, ਤੁਸੀਂ ਤੇ ਦਿਨਾਂ ਦੀ ਬਾਂਹ ਫੜਨ ਵਾਲੇ ਹੋ, ਤੁਹਾਡੇ ਤੋਂ ਸਵੈ ਬਾਂਹ ਕੌਣ ਫੜ ਸਕਦਾ ਹੈ? ਸੱਚੇ ਪਾਤਸ਼ਾਹ ਕਿਰਪਾ ਕਰਿਓ, ਸਾਨੂੰ ਵੀ ਆਪਣੇ ਨਾਲ ਹੀ ਇੱਥੋਂ ਕੱਢ ਲਓ, ਕਿਉਂਕਿ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਣਾ। ਬੰਦੀ ਦਾ ਮਤਲਬ ਹੁੰਦਾ ਕੈਦੀ, ਬੰਦੀ ਦਾ ਮਤਲਬ ਕੈਦ ਵੀ। ਸਤਿਗੁਰ ਕੈਦੀਆਂ ਨੂੰ ਛਡਾਉਣ ਵਾਲਾ ਹੈ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਵੱਡੀ ਤੋਂ ਵੱਡੀ ਕੈਦ ਵਿੱਚ ਮਨੁੱਖ ਘਿਰਿਆ ਹੋਏ, ਭਾਵੇਂ ਬਾਹਰੀ ਜਿਸਮਾਨੀ ਕੈਦ,
ਭਾਵੇਂ ਮਾਨਸਿਕ ਕੈਦ, ਭਾਵੇਂ ਵਿਕਾਰਾਂ ਦੀ ਕੈਦ, ਭਾਵੇਂ ਬਾਹਰ ਦੀ ਸੰਗਲਾਂ ਦੀ ਕੈਦ, ਗੁਰੂ ਦੋਵੇਂ ਕੈਦਾਂ ਤੋਂ ਬਚਾ ਦਿੰਦਾ ਹੈ। ਸਵੇਰੇ ਮੈਂ ਉਦਾਹਰਣ ਦਿੱਤਾ ਸੀ ਆਪ ਜੀ ਨੂੰ ਇਤਿਹਾਸ ਵਿੱਚੋਂ, ਜਿਸ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ, ਬਾਬਾ ਮੈਨੂੰ ਲੱਗਦਾ ਮੈਂ ਆਪਣੇ ਘਰ ਇੱਕ ਵਾਰੀ ਜਾਵਾਂ, ਮੇਰਾ ਦਿਲ ਕਰਦਾ ਮੈਂ ਆਪਣੇ ਬੱਚਿਆਂ ਨੂੰ ਮਿਲਾਂ। ਗੁਰੂ ਨਾਨਕ ਸਾਹਿਬ ਕੇ, ਮਰਦਾਨਿਆ ਅੱਗੇ ਬੜੀ ਵੱਡੀ ਬਲਾ ਹੈ, ਜੰਗਲ ਵਿੱਚ ਤੂੰ ਨਾ ਜਾਵੀਂ। ਕਹਿੰਦੇ ਨਹੀਂ ਬਾਬਾ ਤੂੰ ਝੂਠ ਬੋਲਦਾ ਹੈ, ਮੈਂ ਜਾਣਾ ਹੈ। ਮਰ ਕਹਿੰਦੇ ਮਰਦਾਨਿਆ ਨਾ। ਮਰਦਾਨਾ ਅਸਲ 'ਚ ਮਹਾਰਾਜ ਨਾਲ ਨਾਰਾਜ਼ ਹੋ ਗਿਆ, ਕਿਉਂ ਪਿਆਰ ਕਰਦਾ ਸੀ, ਨਾਰਾਜ਼ ਵੀ ਹੋ ਜਾਂਦਾ ਸੀ। ਨਾਰਾਜ਼ ਹੋਇਆ, ਉੱਥੋਂ ਤੁਰ ਪਿਆ। ਤੁਰਦਿਆਂ ਤੁਰਦਿਆਂ ਉਹਨੂੰ ਕੋਡੇ ਰਾਖਸ਼ ਨੇ ਫੜ ਲਿਆ। ਜਦੋਂ ਕੋਡੇ ਰਾਖਸ਼ ਨੇ ਫੜਿਆ, ਮਰਦਾਨਾ ਰੋਣ ਲੱਗ ਪਿਆ। ਸੋਚਦਾ ਮਨਾ ਅੱਜ ਗੁਰੂ ਦੀ ਗੱਲ ਨੂੰ ਮੋੜਿਆ, ਅੱਜ ਹੀ ਬੰਧਨ ਪੈ ਗਏ। ਪਹਿਲੇ ਵਾਰੀ ਮੋੜਿਆ, ਪਹਿਲੇ ਵਾਰੀ ਬੰਧਨ ਪੈ ਗਏ। ਤੇ ਜਦੋਂ ਕੋਈ ਵਾਹ ਨਾ ਚੱਲੀ, ਮਨ ਵਿੱਚ ਅਰਦਾਸ ਕਰਦਾ ਹੈ, ਹੇ ਗੁਰੂ ਨਾਨਕ ਸਾਹਿਬ ਮਹਾਰਾਜ ਤੁਸੀਂ ਦੁਨੀਆ ਨੂੰ ਕੈਦ ਤੋਂ ਛੁਡਾਇਆ, ਦੁਨੀਆ ਦੇ ਬੇੜੇ ਬੰਨੇ ਲਾਏ, ਮੈਂ ਤੁਹਾਡਾ ਮਰੀਦ ਮਰਦਾਨਾ ਅੱਜ ਕੈਦ ਵਿੱਚ ਪੈ ਗਿਆ। ਮੇਰੇ ਮਹਾਰਾਜ ਤੇ ਮੈਂ ਫਿਰ ਵੀ ਆਪ ਜੀ ਨੂੰ ਬੇਨਤੀ ਕੀਤੀ, ਸਾਧ ਸੰਗਤ ਅਰਦਾਸ ਦੇ ਲਈ ਸ਼ਬਦ ਜ਼ਰੂਰੀ ਨਹੀਂ, ਥਾਂ ਵੀ ਜ਼ਰੂਰੀ ਨਹੀਂ, ਦਿਲ ਦੇ ਵਲਵਲੇ ਹੀ ਬੜੇ ਹੁੰਦੇ ਨੇ। ਭਾਈ ਮਰਦਾਨਾ ਜੀ ਦੀ ਹੂਕ ਗੁਰੂ ਨਾਨਕ ਸਾਹਿਬ ਤੇ ਪਹੁੰਚੀ। ਭਾਈ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਨੂੰ ਕਹਿੰਦੇ, ਬਾਲਿਆ ਮਰਦਾਨੇ ਨੂੰ ਫੜ ਲਿਆ, ਅਸੀਂ ਉਹਨੂੰ ਛਡਾਉਣਾ ਹੈ। ਮਹਾਰਾਜ ਕਿੰਨੀ ਕੁ ਦੂਰ ਹੈ? ਕਹਿੰਦੇ ਬੜੀ ਦੂਰ ਹੈ ਇੱਥੋਂ। ਫਿਰ ਕਿਵੇਂ ਜਾਵਾਂਗੇ? ਮਾਰਗ ਕਿਉਂਕਿ ਸਿੱਧੀਆਂ ਗੁਰੂ ਦੇ ਕੋਲ ਹੁੰਦੀਆਂ ਨੇ। ਮਹਾਰਾਜ ਅੰਤਰ ਧਿਆਨ ਹੋਏ, ਭਾਈ ਮਰਦਾਨੇ ਨੂੰ ਤਪਤ ਕੜਾਏ ਵਿੱਚ ਫੜ ਕੇ ਹਜੇ ਪਾਉਣ ਲੱਗਿਆ ਕੋਡਾ ਰਾਖਸ਼। ਜਦੋਂ ਭਾਈ ਮਰਦਾਨਾ ਜੀ ਨੇ ਅੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ, ਭਾਈ ਮਰਦਾਨਾ ਰੋਣ ਲੱਗ ਪਿਆ। ਅੱਖਾਂ 'ਚੋਂ ਅਥਰੂ ਵਿਰਾਗ ਦੇ ਆਏ। ਮੈਂ ਜਿਹੜੇ ਬਾਬੇ ਨੂੰ ਯਾਦ ਕੀਤਾ, ਮੇਰਾ ਬਾਬਾ ਸਾਹਮਣੇ ਆ ਗਿਆ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਕੋਡੇ ਨੂੰ ਕਹਿੰਦਾ ਹੋਏਗਾ, ਕੋਡਿਆ ਹੁਣ ਤੇਰੀ ਵਾਹ ਨਹੀਂ ਚੱਲਣੀ, ਕਿਉਂ? ਮੇਰਾ ਬਾਬਾ ਸਾਹਮਣੇ ਖੜਾ ਹੈ। ਕੋਡੇ ਨੇ ਚੁੱਕ ਕੇ ਪਾਉਣ ਲੱਗਿਆ ਕੜਾਏ ਦੇ ਵਿੱਚ। ਸਾਧ ਸੰਗਤ ਇੱਥੇ 2 ਜਣਿਆਂ ਨੂੰ ਕੈਦਾਂ ਚੋਂ ਛੁਡਾਇਆ ਗੁਰੂ ਨਾਨਕ ਸਾਹਿਬ ਨੇ। ਭਾਈ ਮਰਦਾਨੇ ਨੂੰ ਜਿਸਮ ਦੀ ਕੈਦ ਚੋਂ, ਬਾਹਰੀ ਕੈਦ ਚੋਂ ਛੁਡਾਇਆ। ਕੋਡੇ ਰਾਖਸ਼ ਨੂੰ ਵਿਕਾਰ ਕਰਨ ਤੋਂ ਢਾਇਆ, ਇਹ ਵੀ ਤੇ ਕੈਦ ਹੈ। ਉਹਦੇ ਅੰਦਰ ਵੀ ਇੱਕ ਦੀਵਾ ਜਗਾਇਆ। ਭਾਈ ਮਰਦਾਨਾ ਜੀ ਛੁੱਟੇ, ਨਾਲ ਦੀ ਨਾਲ ਕੋਡੇ ਰਾਖਸ਼ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ, ਕੋਡਿਆ ਕੈਸਾ ਮੇਰੇ ਬਾਬੇ ਨਾਨਕ ਦਾ ਦੀਵਾ ਹੋਏਗਾ, ਜਿਹਨੂੰ ਮਹਾਰਾਜ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਮੇਰਾ ਨਾਮ, ਮੇਰਾ ਦੀਵਾ ਕਿਹੜਾ ਹੈ? ਇੱਕ ਬਾਹਰੀ ਤੌਰ ਤੇ ਦੀਵਾ ਹੈ। ਇਹ ਬਾਹਰੀ ਤੌਰ ਤੇ ਦੀਵਾ ਅਸੀਂ ਜਗਾਉਂਦੇ ਹਾਂ। ਘਰ ਦੇ ਵਿੱਚ ਹਨੇਰਾ ਹੋਏ, ਦੀਵਾ ਜਗਾਈਏ, ਹਨੇਰਾ ਦੂਰ ਹੋ ਜਾਂਦਾ ਹੈ। ਇੱਕ ਅੰਤਰੀਵੀ ਦੀਵਾ ਮਨੁੱਖ ਬਾਲਦਾ ਹੈ, ਜਿਹਦੇ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਭਾਈ ਕੋਡੇ ਰਾਖਸ਼ ਨੂੰ ਜਦੋਂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਕੋਡਾ ਕੋਡਾ ਨਾ ਰਿਹਾ, ਭਾਈ ਕੋਡਾ ਬਣ ਗਿਆ। ਉਹਦਾ ਨਾਮ ਬਦਲਿਆ। ਰੋ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਿਆਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਨਾਲ ਅਸੀਂ ਰੋਜ਼ ਸਤ ਸੰਗਤ ਕਰਦੇ ਰਹੇ ਹਾਂ, ਕੈਦ ਵਿੱਚ ਰਹਿੰਦਿਆਂ ਵੀ ਤੁਸੀਂ ਸਾਨੂੰ ਗੁਰੂ ਦੇ ਨਾਲ, ਰੱਬ ਨਾਲ ਜੋੜਿਆ, ਕਿਰਪਾ ਕਰੋ ਸਾਨੂੰ ਵੀ ਇਸ ਕੈਦ ਤੋਂ ਛਡਾਓ। ਮਹਾਰਾਜ ਸਾਹਿਬ ਜੀ ਨੇ ਜਹਾਂਗੀਰ ਨੂੰ ਲਿਖ ਕੇ ਭੇਜਿਆ, ਜਹਾਂਗੀਰ ਅਸੀਂ ਇਕੱਲਿਆਂ ਨੇ ਬਾਹਰ ਨਹੀਂ ਜਾਣਾ, ਅਸੀਂ ਚਾਹੁੰਦੇ ਹਾਂ ਸਾਡੇ ਨਾਲ ਇਹਨਾਂ ਨੂੰ ਵੀ ਛੱਡ। ਜਹਾਂਗੀਰ ਨੇ ਕਿਹਾ, ਜਿੰਨੇ ਵੀ ਲੋਕ ਤੁਹਾਡਾ ਪੱਲਾ ਫੜ ਕੇ ਨਿਕਲ ਸਕਦੇ ਨੇ, ਸਾਰਿਆਂ ਨੂੰ ਮੈਂ ਰਿਹਾ ਕਰ ਦਿਆਂਗਾ। ਮਹਾਰਾਜ ਜੀ ਨੇ ਕਹਿੰਦੇ ਨੇ 50 ਕਲੀਆਂ ਨੇ 2 ਪੱਲੇ ਫੜੇ ਨੇ, 52 ਕਲੀਆਂ ਤਾਂ ਬਣਦੀਆਂ ਨੇ। 52 ਕਲੀਆਂ ਵਾਲਾ ਚੋਲਾ ਸਵਾਇਆ। ਸਾਰੇ ਰਾਜਿਆਂ ਨੇ ਚੋਲਾ ਫੜਿਆ। ਮਹਾਰਾਜ ਨੇ ਸਾਰਿਆਂ ਨੂੰ ਰਿਹਾ ਕਰ ਦਿੱਤਾ। ਭਾਵੇਂ ਬਾਅਦ ਦੇ ਵਿੱਚ ਜਾ ਕੇ ਉਹਨਾਂ ਰਾਜਿਆਂ ਦੀ ਵੰਸ਼ਜਾਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ, ਉਹ ਇੱਕ ਵੱਖਰੀ ਗੱਲ ਹੈ। ਜਦੋਂ ਗੁਰੂ ਸਾਹਿਬ ਜੀ ਮਹਾਰਾਜ ਤੁਰੇ, ਪਹਿਲਾਂ ਮਜਨੂ ਦੇ ਟਿੱਲੇ, ਡਰੋਲੀ ਭਾਈ ਕੀ, ਫਿਰ ਅੰਮ੍ਰਿਤਸਰ ਪਹੁੰਚੇ। ਦੀਵਾਲੀ ਨੇੜੇ ਸੀ, ਸੰਗਤਾਂ ਨੇ ਦੀਵੇ ਜਗਾਏ, ਸੰਗਤਾਂ ਨੇ ਦੀਪਮਾਲਾ ਕੀਤੀ। ਜਿਉਂ ਹੀ ਦੀਪਮਾਲਾ ਸ਼ੁਰੂ ਹੋਈ, ਉਸ ਦਿਨ ਤੋਂ ਲੈ ਕੇ ਅੱਜ ਤਾਈਂ
ਅੰਮ੍ਰਿਤਸਰ ਸਾਹਿਬ ਵਿਖੇ ਦੀਪਮਾਲਾ ਅਸ਼ਟਬਾਜੀ ਹੁੰਦੀ ਹੈ। ਕਈਆਂ ਦਾ ਇਹ ਸ਼ੰਕਾ ਹੁੰਦਾ ਹੈ ਆਤਿਸ਼ਬਾਜੀ ਕਿਉਂ ਹੁੰਦੀ ਹੈ। ਸਾਧ ਸੰਗਤ, ਆਤਿਸ਼ਬਾਜੀ ਦਾ ਇਤਿਹਾਸ ਵੀ ਬੜਾ ਪੁਰਾਣਾ ਹੈ। ਪਹਿਲੇ ਸਮਿਆਂ ਦੇ ਵਿੱਚ ਆਤਿਸ਼ਬਾਜੀ ਰਾਜਿਆਂ ਦੀ ਜਦੋਂ ਸਵਾਰੀ ਚੱਲਦੀ ਹੁੰਦੀ ਸੀ, ਸਵਾਰੀ ਦੇ ਅੱਗੇ ਸਤਿਕਾਰ ਵਜੋਂ ਬੰਬ ਵਜਾਏ ਜਾਂਦੇ ਸਨ। ਔਰ ਜਿਹੜਾ ਇਹ ਬਾਰੂਦ ਹੈ ਇਹ ਤੁਰਿਆ ਵੀ ਚਾਈਨਾ ਤੋਂ ਹੈ। ਬੜਾ ਪੁਰਾਣੀ ਇਹਦੀ ਖੋਜ, ਪਹਿਲੀ ਵਾਰੀ ਬਾਰੂਦ ਦੀ ਖੋਜ ਚਾਈਨਾ ਵਿੱਚ ਹੋਈ ਕਈ ਹਜ਼ਾਰ ਸਾਲ ਪਹਿਲਾਂ। ਚਾਈਨਾ ਦੇ ਵਿੱਚ ਇੱਕ ਪਹਾੜੀ ਦੇ ਥੱਲੋਂ ਇੱਕ ਪੀਲਾ ਪਦਾਰਥ ਨਿਕਲਿਆ। ਉਹਨਾਂ ਨੇ ਜਾ ਕੇ ਉਹਨੂੰ ਇੱਕ ਬਗੀਚੇ ਵਿੱਚ ਰੱਖ ਦਿੱਤਾ। ਜਦੋਂ ਬਗੀਚੇ ਦੇ ਵਿੱਚ ਰੱਖਿਆ, ਸਵੇਰੇ ਸੂਰਜ ਦੀ ਕਿਰਨ ਪਈ, ਇੱਕਦਮ ਵਿਸਫੋਟ ਹੋਇਆ, ਸਾਰੇ ਦਾ ਸਾਰਾ ਬਾਗ ਉਜੜ ਗਿਆ। ਉਹਨਾਂ ਨੇ ਬਾਅਦ ਚ ਵੇਖਿਆ ਜਿਹੜੀ ਧਰਤੀ ਸੀ ਉਹ ਕੋਇਲੇ ਵਾਲੀ ਸੀ, ਔਰ ਜਿਹੜਾ ਪੀਲਾ ਪਦਾਰਥ ਸੀ ਉਹ ਗੰਧਕ ਸੀ। ਦੋਵਾਂ ਦੇ ਮੇਲ ਦੇ ਨਾਲ ਵਿਸਫੋਟ ਹੋਇਆ। ਅੱਜ ਵੀ ਹਰਿਮੰਦਰ ਸਾਹਿਬ ਦੀ ਦੀਵਾਲੀ, ਪਹਿਲੇ ਆਮ ਬਜ਼ੁਰਗ ਕਹਿੰਦੇ ਹੁੰਦੇ ਸੀ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਇਹ ਅਖਾਣ ਸਾਡੇ ਸਮਾਜ ਵਿੱਚ ਪ੍ਰਚਲਿਤ ਸੀ, ਕਿਉਂਕਿ ਦੀਵਾਲੀ ਤੇ ਬੜਾ ਵੱਡਾ ਇਕੱਠ ਅੱਜ ਵੀ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਨੂੰ ਮੁੱਖ ਰੱਖਦਿਆਂ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਹਰਿਮੰਦਰ ਸਾਹਿਬ, ਜਿੱਥੇ ਹਰਿਮੰਦਰ ਸਾਹਿਬ ਦੀਵੇ ਜਗਾਉਂਦੀਆਂ ਨੇ, ਅੱਜ ਵੀ ਗੁਰੂ ਦੇ ਪਿਆਰ ਨੂੰ ਆਪਣੇ ਹਿਰਦਿਆਂ ਦੇ ਵਿੱਚ ਰੱਖਦਿਆਂ ਮੈਂ ਆਇਆ। ਜਦੋਂ ਅੰਦਰ ਬਾਹਰ ਵੇਖ ਰਿਹਾ ਸੀ ਸੰਗਤਾਂ ਨੇ ਕਿੰਨੀਆਂ ਹੀ ਮੋਮਬੱਤੀਆਂ, ਕਿੰਨੇ ਹੀ ਦੀਵੇ ਗੁਰਦੁਆਰਾ ਸਾਹਿਬ ਤੇ ਜਗਾਏ ਨੇ। ਮੈਂ ਸੋਚਦਾ ਅੱਜ ਵੀ ਸਿੱਖਾਂ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰੇਮ ਦਾ ਦੀਵਾ ਅੱਜ ਵੀ ਬਲਦਾ ਹੈ। ਜਿਹਦੇ ਅੰਦਰ ਗੁਰੂ ਦੇ ਪ੍ਰੇਮ ਦਾ ਦੀਵਾ ਬਲਦਾ ਹੈ, ਉਹੀ ਬਾਹਰ ਦੀਵਾ ਗੁਰੂ ਦੇ ਪ੍ਰੇਮ ਦੇ ਅਰਥ ਬਾਲਦਾ ਹੈ। ਇਹਨੂੰ ਕਦੇ ਵੀ ਨਕਾਰਾਤਮਕ ਮਤ ਲੈਣਾ, ਹਰ ਚੀਜ਼ ਨੂੰ ਪੋਜ਼ਿਟਿਵ ਲੈਣਾ ਚਾਹੀਦਾ ਹੈ। ਕੋਈ ਦੀਵੇ ਬਾਲਣੇ ਮਾੜੀ ਗੱਲ ਨਹੀਂ ਹੈ। ਆਪਣੇ ਗੁਰੂ ਨੂੰ ਕਿਸੇ ਵੀ ਬਹਾਨੇ ਯਾਦ ਕਰਨਾ, ਕਿਸੇ ਵੀ ਮਹਾਪੁਰਸ਼ ਨੂੰ ਕਿਸੇ ਸਤਿਕਾਰ ਵਜੋਂ ਯਾਦ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਭਾਈ ਗੁਰਦਾਸ ਜੀ ਤੇ ਕਹਿੰਦੇ ਨੇ, ਹੋਂ ਕੁਰਬਾਨੀ ਤਿੰਨਾਂ ਗੁਰਸਿੱਖਾਂ, ਭਾਏ ਭਗਤ ਗੁਰਪੁਰਬ ਕਰਨ ਦੇ। ਮੈਂ ਤੇ ਉਹਨਾਂ ਸਿੱਖਾਂ ਤੋਂ ਕੁਰਬਾਨ ਹਾਂ ਜਿਹੜੇ ਸਿੱਖ ਆਪਣੇ ਗੁਰੂ ਦੀ ਯਾਦ ਵਿੱਚ ਜੁੜ ਕੇ ਗੁਰਪੁਰਬ ਮਨਾਉਂਦੇ ਨੇ। ਸਾਧ ਸੰਗਤ, ਇਸ ਕਰਕੇ ਜਿੱਥੇ ਅਸੀਂ ਬਾਹਰੀ ਤੌਰ ਤੇ ਦੀਵੇ ਬਾਲਦੇ ਹਾਂ, ਆਪਾਂ ਹੁਣੀ ਆਰਤੀ ਨੂੰ ਜਦੋਂ ਸਰਵਣ ਕਰਾਂਗੇ, ਜਿਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਹੇ ਪਰਮਾਤਮਾ, ਭਗਤ ਰਵਿਦਾਸ ਜੀ ਕਹਿੰਦੇ ਨੇ, ਤੇਰਾ ਨਾਮ ਹੀ ਮੇਰੇ ਵਾਸਤੇ ਦੀਵਾ ਹੈ, ਤੇਰਾ ਨਾਮ ਹੀ ਬੱਤੀ ਹੈ, ਤੇ ਤੇਰਾ ਨਾਮ ਹੀ ਮੇਰੇ ਵਾਸਤੇ ਤੇਲ ਹੈ। ਜਿੱਥੇ ਬਾਹਰੀ ਤੌਰ ਤੇ ਦੀਵੇ ਅਸੀਂ ਜਗਾ ਰਹੇ ਹਾਂ, ਮੁਬਾਰਕ ਹਨ। ਕਿਤੇ ਅੱਜ ਦੇ ਦਿਨ ਇਹ ਅਰਦਾਸ ਵੀ ਕਰੀਏ, ਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰਮਾਤਮਾ, ਹੇ ਵਾਹਿਗੁਰੂ ਜੀਓ ਪਰਮਾਤਮਾ ਜੀਓ, ਜਿੱਥੇ ਅੱਜ ਸਾਡੇ ਤੋਂ ਬਾਹਰੀ ਤੌਰ ਤੇ ਦੀਵੇ ਜਗਵਾ ਰਹੇ ਹੋ, ਕਿਰਪਾ ਕਰਿਓ ਮੇਰੇ ਹਿਰਦੇ ਦੇ ਵਿੱਚ ਕਿਤੇ ਗਿਆਨ ਦਾ ਦੀਪਕ ਵੀ ਜਗ ਜਾਏ, ਮੇਰੇ ਹਿਰਦੇ ਦੇ ਵਿੱਚ ਪ੍ਰੇਮ ਦਾ ਦੀਵਾ ਵੀ ਬਲੇ, ਮੈਂ ਸਾਰੀ ਦੁਨੀਆ ਨੂੰ ਪ੍ਰੇਮ ਨਾਲ ਵੇਖ ਸਕਾਂ। ਮੇਰੇ ਹਿਰਦੇ ਦੇ ਵਿੱਚ ਐਸਾ ਦੀਵਾ ਬਲੇ, ਮੇਰੀ ਅਗਿਆਨਤਾ ਦੂਰ ਹੋ ਜਾਏ, ਮੈਂ ਪਰਮਾਤਮਾ ਤੇਰੀ ਦਿੱਤੀ ਹੋਈ ਹਰੇਕ ਵਸਤੂ ਦਾ ਸ਼ੁਕਰਾਨਾ ਕਰ ਸਕਾਂ, ਐਸਾ ਦੀਵਾ ਵੀ ਬਲੇ। ਇਹ ਅਰਦਾਸ ਜੇ ਮਨੁੱਖ ਨਿਤਾ ਪ੍ਰਤ ਗੁਰੂ ਦੇ ਅੱਗੇ ਕਰਦਾ ਹੈ, ਗੁਰੂ ਜ਼ਰੂਰ ਆਪਣੇ ਪ੍ਰੇਮ ਦਾ ਦੀਵਾ, ਪਰਮਾਤਮਾ ਜ਼ਰੂਰ ਆਪਣੇ ਗਿਆਨ ਦਾ ਦੀਵਾ ਉਹਦੇ ਹਿਰਦਿਆਂ ਵਿੱਚ ਬਾਲਦਾ ਹੈ। ਇਸ ਕਰਕੇ ਜਿੱਥੇ ਅਸੀਂ ਨਾਲ ਨਾਲ ਅੱਜ ਦੀਪਮਾਲਾ ਕਰਨੀ ਹੈ, ਆਪਣੇ ਘਰਾਂ ਦੇ ਉੱਤੇ ਕਰਨੀ ਹੈ, ਨਾਲ ਨਾਲ ਪਰਮਾਤਮਾ ਅੱਗੇ ਬੇਨਤੀ ਕਰੀਏ, ਪਰਮਾਤਮਾ ਮੇਰੇ ਅੰਦਰ ਜਿਹੜਾ ਔਗੁਣਾਂ ਦਾ ਹਨੇਰਾ ਵੱਜਿਆ ਹੋਇਆ ਹੈ, ਈਰਖਾ ਦਾ, ਦਵੈਸ਼ ਦਾ, ਚੁਗਲੀ ਦਾ, ਨਿੰਦਿਆ ਦਾ, ਕਿਰਪਾ ਕਰੀ ਅੱਜ ਇੱਥੇ ਮੈਂ ਆਪਣੇ ਕੋਠੇ ਤੇ ਦੀਵੇ ਬਾਲਾਂਗਾ, ਨਾਲ ਨਾਲ ਮੇਰੇ ਹਿਰਦੇ 'ਚ ਐਸਾ ਦੀਵਾ ਜਗਾ ਦੇਈ, ਮੇਰੇ ਅੰਦਰ ਗੁਣਾਂ ਦਾ ਪ੍ਰਕਾਸ਼ ਹੋ ਜਾਏ, ਮੈਂ ਤੈਨੂੰ ਵੇਖ ਸਕਾਂ, ਤੇਰੇ ਅੰਦਰ ਮੇਰੀ ਪਿਆਸ ਜਗ ਸਕੇ। ਐਸੇ ਦੀਵੇ ਦੀ ਵੀ ਗੱਲ ਮਹਾਰਾਜ ਕਰਦੇ ਨੇ। ਸੋ ਗੁਰੂ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ ਦਾ ਫਿਰ ਮੈਂ ਆਪ ਜੀ ਦੇ ਸਾਹਮਣੇ ਭਾਈ ਗੁਰਦਾਸ ਜੀ ਦਾ ਸ਼ਬਦ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਓਡੀਣਾ। ਗੁਰੂ ਬੰਧਨਾਂ ਤੋਂ ਮੁਕਤ ਕਰਨ ਵਾਲਾ ਹੈ। ਸਤਿਗੁਰੂ ਜੀ ਦਾ ਫਰਮਾਨ ਸੁਖਮਨੀ ਸਾਹਿਬ ਦੇ ਵਿੱਚ, ਸਤਿਗੁਰ ਸਿੱਕੇ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡ ਭਾਗੀ ਹੈ। ਐਸਾ ਗੁਰੂ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਮੇਰੇ ਬੰਧਨਾਂ ਨੂੰ ਕੱਟ ਕੇ ਮੈਨੂੰ ਨਾਮ ਧਨ ਦੀ ਦਾਤ ਬਖਸ਼ੋ। ਐਵੇਂ ਜਿਹੜਾ ਗੰਗੋ ਹੈ, ਇਹਨੂੰ ਮਾਣ ਆਇਆ, ਧਨ ਇਹਦੇ ਕੋਲ ਬੜਾ ਸੀ, ਮਾਣ ਆ ਗਿਆ, ਮਾਣ ਦੇ ਵਿੱਚ ਹੰਕਾਰਿਆ। ਗੁਰੂ ਅਮਰਦਾਸ ਜੀ ਦੀ ਪੱਤਰੀ ਨੂੰ ਜਵਾਬ ਦਿੱਤਾ,
ਜਦੋਂ ਸਾਰੇ ਦਾ ਸਾਰਾ ਧਨ ਚਲਾ ਗਿਆ, ਇਹਨੂੰ ਸੋਝੀ ਲੱਗੀ ਮੇਰੀ ਅਗਿਆਨਤਾ ਨੇ, ਮੇਰੇ ਅੰਧਕਾਰ ਨੇ ਮੈਨੂੰ ਗਰੀਬ ਕੀਤਾ ਹੈ, ਤੇ ਗੁਰੂ ਸਾਹਿਬ ਜੀ ਦੇ ਦਵਾਰੇ ਤੇ ਸੇਵਾ ਕਰਦਾ ਹੈ। ਹੁਣ ਮਹਾਰਾਜ ਜੀ ਦੇ ਦਵਾਰੇ ਤੇ ਇਹ ਪੁੱਜਿਆ ਹੋਇਆ ਹੈ, ਨਾਲ ਦੀ ਨਾਲ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦਾ ਹੈ, ਸੇਵਾ ਕਰਦਾ ਹੈ। ਗੁਰੂ ਅਮਰਦਾਸ ਜੀ ਇਹਦੀ ਸੇਵਾ ਨੂੰ ਜਾਣਦੇ ਹਨ। ਲੋਕ ਲਾਜ ਕੁਲ ਰੀਤ ਮਹਾਨਾ, ਖਾਨ ਪਾਨ ਆਦਿਕ ਤਜ ਗਿਆਨਾ। ਭਾਈ ਗੰਗੋ ਨੇ ਖਾਣ ਪੀਣ ਦੀ ਵੀ ਲਾਜ ਛੱਡ ਦਿੱਤੀ, ਲੋਕਾਂ ਦੀ ਲਾਜ ਛੱਡ ਦਿੱਤੀ, ਕਿਉਂਕਿ ਸੇਵਾ ਹੁੰਦੀ ਉਦੋਂ ਹੈ ਜਦੋਂ ਦੁਨੀਆ ਦੀ ਲਾਜ ਘਰੋਂ ਚਲੀ ਜਾਏ। ਹਿਰਦੇ ਦੇ ਅੰਦਰੋਂ ਜਦੋਂ ਦੁਨੀਆ ਦਾ ਡਰ ਨਿਕਲ ਜਾਏਗਾ, ਅਸਲ 'ਚ ਸੇਵਾ ਹੁੰਦੀ ਹੋਈ ਉਸ ਦਿਨ ਹੈ, ਉਹ ਤੋਂ ਪਹਿਲਾਂ ਸੇਵਾ ਨਹੀਂ ਹੁੰਦੀ। ਸਾਧ ਸੰਗਤ ਗੁਰੂ ਦੇ ਦਵਾਰੇ ਸੇਵਾ ਕਰਦਾ ਹੈ, ਕੱਪੜਿਆਂ ਦੇ ਉੱਤੇ ਮਿੱਟੀ ਲੱਗਦੀ ਹੈ, ਕੁਝ ਵੀ ਲੱਗੇ ਇਸ ਚੀਜ਼ ਨੂੰ ਮਨ ਵਿੱਚ ਨਹੀਂ ਚਿਤਾਰਦਾ ਹੈ। ਬਾਪੀ ਕਾਰ ਵਿਖੈ ਹਰੈ ਲਾਗਾ, ਸਭ ਸੁਧ ਭੂਲ ਪ੍ਰੇਮ ਰਸ ਪਾਗਾ। ਹਮੇਸ਼ਾ ਜਿਹੜੀ ਉੱਤੇ ਗੋਇੰਦਵਾਲ ਸਾਹਿਬ ਬੌਲੀ ਬਣ ਰਹੀ ਹੈ, ਉਹਦੀ ਕਾਰ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਕੇ ਸੋ ਕਹਿ ਨਾ ਸੁਨਹਿ ਬਾਤ, ਸੇਵਾ ਕੇ ਤਤ ਪਰ ਦਿਨ ਰਾਤ। ਨਾ ਤੇ ਕਿਸੇ ਦੀ ਗੱਲ ਸੁਣਦਾ ਹੈ ਤੇ ਨਾ ਕਿਸੇ ਨੂੰ ਕੋਈ ਗੱਲ ਕਹਿੰਦਾ ਹੈ, ਹਮੇਸ਼ਾ ਸੇਵਾ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਗੁਰ ਸੇਵਾ ਕੋ ਤਪ ਅਸ ਕੀਨਾ, ਜਗ ਵਿਵਹਾਰ ਚੋਰ ਸਭ ਦੀਨਾ। ਗੁਰੂ ਸਾਹਿਬ ਜੀ ਦੀ ਸੇਵਾ ਦਾ ਐਸਾ ਤਪ ਕੀਤਾ, ਭਾਈ ਗੰਗੋ ਨੇ ਜਗਤ ਦੇ ਸਾਰੇ ਵਿਹਾਰ ਹੀ ਛੱਡ ਦਿੱਤੇ ਹਨ। ਹੋਤ ਭਇਓ ਉਤਸਾਹ ਵਿਸਾਲਾ, ਅੰਤਰ ਬ੍ਰਿਤ ਟਿਕਰੀ ਤਿਸ ਕਾਲਾ। ਹਿਰਦੇ ਵਿੱਚ ਬੜਾ ਉਤਸ਼ਾਹ ਪੈਦਾ ਹੋ ਗਿਆ, ਉਹਦੀ ਅੰਤਰ ਆਤਮਾ ਦੇ ਵਿੱਚ ਗੁਰੂ ਜੀ ਦੇ ਪ੍ਰੇਮ ਦੀਆਂ ਤਰੰਗਾਂ ਵਗ ਰਹੀਆਂ ਨੇ, ਗੁਰੂ ਦੇ ਪ੍ਰੇਮ ਦੀ ਨਦੀ ਵਹਿੰਦੀ ਹੈ। ਹਮੇਸ਼ਾ ਗੰਗੋ ਗੁਰੂ ਦੇ ਦਰ ਤੇ ਸੇਵਾ ਕਰਦਾ ਹੈ, ਗੁਰੂ ਦੇ ਪਿਆਰ ਨੂੰ ਹੀ ਟਿਕਾਈ ਰੱਖਦਾ ਹੈ। ਪ੍ਰੇਮ ਪ੍ਰਵਾਹ ਬਹਿਓ ਉਰ ਮਾਹੀ, ਚਿੰਤ ਕਸ਼ਟ ਤਿਨ ਠਹਿਰਿਓ ਨਾਹੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਗੁਰੂ ਦੇ ਪ੍ਰੇਮ ਦਾ ਵਹਿਣ ਵਗਦਾ ਹੈ, ਚਿੰਤਾ ਤੇ ਜਿੰਨੇ ਕਸ਼ਟ ਹੁੰਦੇ ਨੇ ਮਨ ਦੇ ਵਿੱਚ, ਜਿਵੇਂ ਪਾਣੀ ਦੇ ਵਹਿਣ ਦੇ ਨਾਲ ਤਿਣਕੇ ਵੀ ਨਾਲ ਆਪਣੇ ਆਪ ਦਾ ਪ੍ਰਭਾਵ ਮੋੜ ਲੈਂਦੇ ਨੇ, ਝੁਕ ਜਾਂਦੇ ਨੇ। ਚਿੰਤਾਵਾਂ ਤੇ ਕਸ਼ਟ ਜਦੋਂ ਗੁਰੂ ਦੇ ਪ੍ਰੇਮ ਦਾ ਪ੍ਰਵਾਹ ਮਨੁੱਖ ਦੇ ਦਿਲ ਵਿੱਚ ਵਗਦਾ ਹੈ, ਚਿੰਤਾਵਾਂ ਤੇ ਕਸ਼ਟ ਵੀ ਸਾਰੇ ਰੁੜ ਜਾਂਦੇ ਹਨ। ਜਯੋ ਜਯੋ ਸੁਖ ਪ੍ਰਾਪਤ ਭਾਉਰ ਕੋ, ਤਯੋ ਤਯੋ ਸੇਵ ਪ੍ਰੇਮ ਭਾਗੁਰ ਕੋ। ਜਿਵੇਂ ਜਿਵੇਂ ਗੁਰੂ ਦਾ ਪ੍ਰੇਮ ਲੱਗਦਾ ਜਾਂਦਾ, ਕਿਉਂਕਿ ਸਾਧ ਸੰਗਤ ਮਹਾਰਾਜ ਨਾ ਜਪਜੀ ਸਾਹਿਬ ਦੇ ਵਿੱਚ, ਮੈਂ ਸਵੇਰੇ ਹੀ ਬੇਨਤੀ ਕੀਤੀ, ਸ਼ਬਦ ਵਰਤਦੇ ਨੇ ਧੋਣਾ, ਜਿੱਥੇ ਕੱਪੜਿਆਂ ਵਾਸਤੇ ਵਰਤਦੇ ਨੇ, ਸਰੀਰ ਵਾਸਤੇ ਵਰਤਦੇ ਨੇ, ਨਾਲ ਹੀ ਉਹ ਸ਼ਬਦ ਮਨ ਵਾਸਤੇ ਵੀ ਵਰਤਦੇ ਨੇ। ਕਹਿੰਦੇ ਜਿਵੇਂ ਹੀ ਆਪਾਂ ਸਰੀਰ ਦੇ ਉੱਤੇ ਇੱਕ ਇੱਕ ਕੱਪ ਕਰਕੇ ਪਾਣੀ ਪਾਉਂਦੇ ਰਹਿੰਦੇ ਆ, ਮੈਲ ਧੁੱਪਦੀ ਜਾਂਦੀ ਹੈ। ਕੱਪੜਿਆਂ ਦੇ ਉੱਤੇ ਚਾਦਰ ਜਿੰਨੀ ਮਰਜ਼ੀ ਮਹਿੰਗੀ ਹੋਏ, ਵਸਤਰ ਜਿੰਨੇ ਮਰਜ਼ੀ ਮਹਿੰਗੇ ਹੋਣ, ਜੇ ਕਿਤੇ ਮੈਲ ਲੱਗੀ ਹੋਏ ਵਸਤਰ ਚੰਗੇ ਨਹੀਂ ਲੱਗਦੇ, ਜਿੰਨੇ ਮਰਜ਼ੀ ਮਹਿੰਗੇ ਹੋਣ। ਮਨੁੱਖ ਦੇ ਕੋਲ ਜੋ ਕੁਛ ਮਰਜ਼ੀ ਹੋਏ, ਪਰ ਜੇ ਉਹਦਾ ਆਚਰਣ ਮਾੜਾ ਹੈ, ਸੋਹਣਾ ਨਹੀਂ ਲੱਗਦਾ। ਲੋਭੀ ਹੈ, ਕ੍ਰੋਧੀ ਹੈ, ਜੋ ਮਰਜ਼ੀ ਕੋਲ ਹੋਏ, ਆਚਰਣ ਮਾੜੇ ਦੇ ਮਨੁੱਖ ਚੰਗੇ ਨਹੀਂ ਲੱਗਦੇ। ਇਸ ਕਰਕੇ ਮਹਾਰਾਜ ਜੀ ਨੇ ਕਿਹਾ, ਆਮ ਕਰਕੇ ਮਨੁੱਖ, ਸਾਧ ਸੰਗਤ, ਇਹਨੂੰ ਇੰਨਾ ਗਿਆਨ ਹੈ, ਮੇਰਾ ਕੱਪੜਾ ਮੈਲਾ ਹੈ, ਮੈਂ ਸਮਾਜ ਵਿੱਚ ਨਹੀਂ ਜਾਣਾ। ਕਿਉਂ? ਕੱਪੜੇ ਮੈਲੇ ਨੂੰ ਸਮਾਜ ਵਿੱਚ ਨਿੰਦਿਆ ਜਾਂਦਾ ਹੈ। ਪਰ ਮਨੁੱਖ ਦਾ ਮਨ ਮੈਲਾ ਹੈ, ਸ਼ਾਇਦ ਮੈਲੇ ਮਨ ਬਾਰੇ ਅੱਜ ਤਾਈਂ ਪਤਾ ਹੀ ਨਹੀਂ ਲੱਗਾ। ਕਿਉਂਕਿ ਜਦੋਂ ਪਤਾ ਹੋਏ ਨਾ ਮਨੁੱਖ ਨੂੰ, ਇੱਕ ਪਾਗਲ ਨੂੰ ਨਹੀਂ ਪਤਾ ਹੁੰਦਾ ਉਹਦੇ ਕੱਪੜੇ ਮੈਲੇ ਨੇ। ਇਸ ਕਰਕੇ ਕਦੀ ਵੇਖਣਾ, ਪਾਗਲ ਨਾ ਕੱਪੜਿਆਂ ਦੀ ਪਰਵਾਹ ਕਰਦੇ ਨੇ, ਨਾ ਕੱਪੜੇ ਧੋਣ ਵਾਲੇ ਬੰਨੇ ਜਾਂਦੇ ਨੇ। ਇਸ ਕਰਕੇ ਜਿਹੜੇ ਮਨੁੱਖ ਮਾਇਆ ਦੇ ਨਸ਼ੇ ਵਿੱਚ ਫਸ ਜਾਂਦੇ ਨੇ, ਉਹ ਕਦੀ ਮਨ ਨੂੰ ਧੋਣ ਵਾਲੇ ਬੰਨੇ ਚੱਲਦੇ ਨੇ। ਕਿਉਂ? ਉਹਨਾਂ ਨੂੰ ਪਤਾ ਹੀ ਨਹੀਂ ਹੈ ਮਨ ਮੈਲਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਜਿਵੇਂ ਹੌਲੀ ਹੌਲੀ ਪਾਣੀ ਦੇ ਨਾਲ ਮੈਲ ਉਤਰਦੀ ਹੈ, ਰੋਜ਼ ਰੋਜ਼ ਜਪ ਕੀਤਿਆਂ, ਬੰਦਗੀ ਕੀਤਿਆਂ, ਸਤ ਸੰਗਤ ਦੇ ਵਿੱਚ ਆਇਆ, ਸੁਣਿਆ, ਬੈਠਿਆਂ, ਰੋਜ਼ ਰੋਜ਼ ਮਨੁੱਖ ਦੀ ਮਨ ਜਾਗਦਾ ਹੈ। ਰੋਜ਼ ਰੋਜ਼ ਮਨੁੱਖ ਦਾ ਮਨ ਜਾਗਦਾ ਹੈ। ਇਸ ਕਰਕੇ ਜਿਵੇਂ ਸੁੱਤੇ ਪਏ ਮਨੁੱਖ ਨੂੰ ਕੁਛ ਨਹੀਂ ਪਤਾ ਲੱਗਦਾ, ਐਵੇਂ ਹੀ ਮਨੁੱਖ ਦਾ ਮਨ ਜਦੋਂ ਸੁੱਤਾ ਹੋਏ, ਇਹਨੂੰ ਰੱਬ ਬਾਰੇ ਵੀ ਪਤਾ ਨਹੀਂ ਲੱਗਦਾ।
ਇਸ ਕਰਕੇ ਯਾਦ ਰੱਖਣਾ, ਜਿਵੇਂ ਬੰਦਗੀ ਚੱਲਦੀ ਹੈ ਰੋਜ਼-ਰੋਜ਼ ਮਨੁੱਖ ਦਾ ਮਨ ਨਿਰਮਲ ਹੁੰਦਾ, ਇੱਕ ਦਿਨ ਨਹੀਂ। ਤਾਂ ਹੀ ਗੁਰਬਾਣੀ ਵਿੱਚ ਸ਼ਬਦ ਆਇਆ, ਸਾਹਿਬ ਮੇਰਾ ਨੀਤ ਨਵਾਂ। ਕਾਰਨ ਕੀ ਹੈ ਇਸ ਸ਼ਬਦ ਦਾ? ਇਹਦਾ ਮਤਲਬ ਇਹੀ ਹੈ, ਰੋਜ਼-ਰੋਜ਼ ਬੰਦਗੀ ਨਾਲ ਨਵੇਂ ਵਿਚਾਰ ਰੋਜ਼ ਆਉਂਦੇ ਨੇ। ਕਿਉਂ? ਮਨ ਰੋਜ਼ ਜਾਗਦਾ ਹੈ, ਇੱਕ ਦਿਨ ਨਹੀਂ, ਕਿਉਂਕਿ ਹਜ਼ਾਰਾਂ ਸਾਲਾਂ ਤੋਂ ਸੁੱਤਾ ਹੋਇਆ ਹੈ। ਇਸ ਕਰਕੇ ਭਾਈ ਗੰਗੋ ਜਿਉਂ-ਜਿਉਂ ਸੇਵਾ ਕਰਦਾ ਹੈ, ਹਿਰਦੇ ਵਿੱਚ ਮਹਾਰਾਜ ਦਾ ਪ੍ਰੇਮ ਵੱਧਦਾ ਹੀ ਜਾਂਦਾ ਹੈ। ਮਨ ਮਹਿ ਮੂਰਤ ਅਚਲ ਟਿਕਾਈ, ਕਬਹੂ ਵਹਿਰ ਪਿਖੈ ਗੁਰ ਤਾਈ। ਮਨ ਦੇ ਵਿੱਚ ਗੁਰੂ ਦੀ ਮੂਰਤ ਟਿਕਾ ਲਈ ਹੈ, ਹਮੇਸ਼ਾ ਗੁਰੂ ਦੇ ਦਰਸ਼ਨ ਕਦੇ-ਕਦੇ ਬਾਹਰ ਵੀ ਕਰਦਾ ਰਹਿੰਦਾ ਹੈ। ਨਿਸ ਦਿਨ ਧਿਆਨ ਟਿਕਾਇਓ ਕੈਸੇ, ਜੋਗੀ ਕੀ ਸਮਾਧ ਹੋਏ ਜੈਸੇ। ਦਿਨ ਰਾਤ ਐਵੇਂ ਧਿਆਨ ਉਹਨੇ ਟਿਕਾ ਲਿਆ, ਇਹ ਜਿਵੇਂ ਇੱਕ ਜੋਗੀ ਆਪਣੀ ਸਮਾਧ ਵਿੱਚ ਬਹਿ ਕੇ ਧਿਆਨ ਨੂੰ ਟਿਕਾ ਲੈਂਦਾ ਹੈ। ਅਤ ਸੈ ਪੈਂਚ ਪ੍ਰੇਮ ਜਬ ਕੀਨ, ਰਹੋ ਗਇਓ ਨਹਿ ਗੁਰੂ ਪਰਬੀਨ। ਵੇਖੋ ਇਹ ਗੱਲ ਬੜੀ ਸੁੰਦਰ ਹੈ, ਭਾਈ ਸੰਤੋਖ ਸਿੰਘ ਜੀ ਨੇ ਲਿਖੀ, ਬੜੀ ਕਮਾਲ ਦੀ। ਕਹਿੰਦੇ ਜਦੋਂ ਪ੍ਰੇਮ ਬਹੁਤ ਜ਼ਿਆਦਾ ਵੱਧ ਗਿਆ, ਪਹਿਲਾਂ ਤੇ ਗੁਰੂ ਜੀ ਉਹਨੂੰ ਵਹਿੰਦੇ ਨਹੀਂ ਸਨ, ਪਰ ਜਿੱਦਣ ਪ੍ਰੇਮ ਵਧਿਆ ਕਹਿੰਦੇ ਗੁਰੂ ਕੋਲ ਰਿਹਾ ਨਾ ਗਿਆ। ਵਾਕਿਆ ਜੀ ਸਾਧ ਸੰਗਤ ਗੱਲ ਇਹ ਹੀ ਹੈ, ਜਦੋਂ ਪ੍ਰੇਮ ਵੱਧ ਜਾਏ, ਪ੍ਰੇਮ ਦੀ ਡੋਰੀ ਮਜ਼ਬੂਤ ਹੋ ਜਾਏ, ਉਦੋਂ ਰੱਬ ਤੋਂ ਨਹੀਂ ਰਿਹਾ ਜਾਂਦਾ। ਉਦੋਂ ਤਾਈਂ ਪਰਮਾਤਮਾ ਦੇ ਨਾਲ ਮਿਲਾਪ ਨਹੀਂ, ਜਦੋਂ ਤਾਈਂ ਪ੍ਰੇਮ ਦੀ ਡੋਰੀ ਪੱਕੀ ਨਹੀਂ ਹੈ। ਜਿਸ ਦਿਨ ਪ੍ਰੇਮ ਮਛਲੀ ਤੇ ਪਾਣੀ ਵਰਗਾ ਬਣ ਜਾਏਗਾ, ਉਸ ਦਿਨ ਪਰਮਾਤਮਾ ਆ ਕੇ ਉਹਨੂੰ ਗਲ ਨਾਲ ਲਾ ਲੈਂਦਾ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ